कोई जन हर स्यों देवै जोर, चरण गहूँ बकूँ शुभ रसना, दीजै प्राण अकुर, दिलहो मुहब्बत जिन से सच्चिया, जिन मन होर मुख होर से कांडे कच्चिया, रत्ते इश्क खुदाए रंग दीदार के, विसरिया जिन नाम ते भोए भार थिए, आप लिए लड़ लाए दर दरवेश से, तिन धन जनेंदी माओ आए सफल से, परवदिगार अपार अगम बेअंत तू, जिने पछाता सच चुम्मा पैर मुँह, तेरी पनह खुदाए तू बख्शंदगी, शेख फरीदै खैर दीजै बंदगी, शेख फरीदै खैर दीजै बंदगी। वाहिगुरु जी का खालसा, वाहिगुरु जी की फतेह। परम सत्कारयोग गुरु रूप गुरु खालसा साध संगत जी, अपने सारिਆਂ ਦੇ बहुत ਵੱਡੇ ਭਾਗ ਹਨ जो ਆਪਾਂ ਨੂੰ हाजरा हजूर ज़ाहरा ज़ुकूर कलजुग के भोगित नाम बाणी के जहाज हल्त पलत के राखे लोक परलोक के सहायक हाजर नाजर प्रतख सतगुरु साहिब श्री गुरु ग्रंथ साहिब सच्चे पातशाह जी दी पावन पवित्र निੱਘੀ ਵਾਰਗਾਹ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਪਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਵਿਚਰ ਰਹੇ ਹਾਂ। ਸਤਿਗੁਰਾਂ ਦੀ ਅਲਾਹੀ ਬਾਣੀ ਦਰਗਾਹੀ ਬਾਣੀ ਧੁਰ ਕੀ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹਾਂ। ਸਾਡੇ ਸਾਰਿਆਂ ਦੇ ਹੀ महान बड़े उत्तम भाग हैं। सच्चे पातशाह जी की दया होई है जो आप सारे जाने सतगुरां दी बाणी का लाभा ले रहे हैं। सो जितना समा अपने पास बाकी बचिया है आप इस तो भी पूरा लाहा प्राप्त करिए। सतगुरां दी अलाही बाणी का लाहा लेना करिए ताकि साध संगत साडा समा अते स्वास सफले हो सकन। सतगुरां ने समा बख्श के निवाजना कीता है। समय तो लाहा लेना ये हुण साडा फर्ज बनता है। सतगुरु गुरबाणी विच फरमान करदे हन कबीर एक घड़ी आदि घड़ी आदि हूं ते आद भगतन सेती गोष्टे जो कीने सो लाभ। रब दे प्यारिਆਂ ਦੇ ਨਾਲ ਵਾਹਿਗੁਰੂ ਜੀ ਦੀਆਂ ਸੰਗਤਾਂ ਦੇ ਨਾਲ ਜਿਤਨਾ ਸਮਾਂ ਵੀ ਅਸੀਂ ਜੁੜ ਮਿਲ ਕਰਕੇ ਪਰਿਪੂਰਨ ਪਰਮੇਸ਼ਰ ਦੀ ਮਹਿਮਾ ਕਰਦੇ ਹਾਂ ਇਹ ਸਮਾਂ ਸਾਡਾ ਸਫਲਾ ਹੁੰਦਾ ਹੈ। ਘੱਟ ਤੋਂ ਘੱਟ 2.5 ਘੰਟੇ ਦਾ ਸਮਾਂ ਸਾਨੂੰ ਪਰਿਪੂਰਨ ਪਰਮੇਸ਼ਰ ਨੇ ਬਖਸ਼ਿਆ ਹੈ। ਪਰ ਕਈ ਲੋਕ ਜੋ ਕਿ ਦਿਨ ਰਾਤ ਹੀ ਕੰਮ ਕਰਦੇ ਹਨ ਫੋਰਨ ਕੰਟਰੀਆਂ ਵਾਲੇ ਜਾਂ ਇੱਥੇ ਵੀ ਜੋ ਲੋਕ 2-2 3-3 ਕੰਮ ਕਰਦੇ ਹਨ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਤੂੰ ਸਦਾ ਹੀ ਕੰਮ ਦੇ ਵਿੱਚ ਗਲਤਾਨ ਨਾ ਰਹਿ।
ਸਦਾ ਹੀ ਤੂੰ ਕੰਮ ਦੇ ਵਿੱਚ ਫਸਿਆ ਨਾ ਰਹਿ। ਤੈਨੂੰ ਸਮਾਂ ਪ੍ਰਦਾਨ ਕੀਤਾ ਹੈ, ਇਸ ਸਮੇਂ ਤੋਂ ਪੂਰਾ ਲਾਹਾ ਲੈਣ ਦੀ ਕੋਸ਼ਿਸ਼ ਕਰ। ਇਹ ਸਮਾਂ ਉਹ ਸਮਾਂ ਹੈ ਜਿਸ ਸਮੇਂ ਨੇ ਤੈਨੂੰ ਕੁੰਭੀ ਨਰਕ ਤੋਂ ਬਚਾਉਣਾ ਹੈ, ਪਾਪ ਕਰਮਾਂ ਤੋਂ ਬਚਾਉਣਾ ਹੈ, ਦੁੱਖਾਂ ਦਲਿੱਦਰਾਂ ਕਲੇਸ਼ਾਂ ਤੋਂ ਬਚਾਉਣਾ ਹੈ। ਇਸ ਕਰਕੇ ਤੂੰ ਭਾਈ ਜ਼ਿਆਦਾ ਸਮਾਂ ਪਰਮੇਸ਼ਰ ਦੀ ਯਾਦ ਵਿੱਚ ਬਤੀਤ ਕਰ। ਅਸੀਂ ਸਵਾਲ ਕਰ ਦਿੰਦੇ ਹਾਂ ਜੀ, ਕਿੰਨਾ ਕੁ ਟਾਈਮ ਨਾਮ ਜਪਿਆ ਕਰੀਏ? ਹੁਣ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਘੜੀ। ਜੇ ਬਹੁਤਾ ਨਹੀਂ ਨਾ ਜਪ ਸਕਦਾ, ਇੱਕ ਘੜੀ ਹੋਈ ਜਪ ਲਿਆ ਕਰ ਤੂੰ ਭਾਈ। ਕਈ ਕਹਿਣਗੇ ਜੀ ਇੱਕ ਘੜੀ ਟਾਈਮ ਕਿੰਨਾ ਕੁ ਬਣਦਾ ਹੈ? ਤਾਂ ਇੱਕ ਘੜੀ ਦਾ ਟਾਈਮ ਬਣਦਾ ਹੈ 24 ਮਿੰਟ। ਹੁਣ ਜਿਹੜੇ ਸਮੇਂ ਦੀ ਵੰਡ ਕਰਨ ਵਾਲੇ ਲੋਕ ਹੈ, ਉਹਨਾਂ ਨੇ ਜਦੋਂ ਸਮੇਂ ਦੀ ਵੰਡ ਕੀਤੀ ਤਾਂ ਉਹ ਕਹਿੰਦੇ ਨੇ 22.5 ਮਿੰਟਾਂ ਦੀ ਇੱਕ ਘੜੀ ਬਣਦੀ ਹੈ। ਜਦੋਂ ਮਹਾਪੁਰਸ਼ਾਂ ਮੁਤਾਬਕ ਆਪਾਂ ਵਿਚਾਰ ਕਰਦੇ ਹਾਂ ਤਾਂ ਸਾਧ ਸੰਗਤ ਜੀ 24 ਮਿੰਟ ਦੀ ਇੱਕ ਘੜੀ ਬਣਦੀ ਹੈ। ਮਹਾਰਾਜ ਫਰਮਾਨ ਕਰਦੇ ਹਨ ਕਿ ਜੇ ਬਹੁਤਾ ਨਹੀਂ ਨਾ ਜਪ ਸਕਦਾ ਤਾਂ ਘੱਟੋ ਘੱਟ ਤੂੰ ਇੱਕ ਘੜੀ ਜਪ ਲੈ। ਸਾਡੇ ਕੋਲ ਐਕਸਕਿਊਜ਼ ਬਹੁਤ ਨੇ, ਅਸੀਂ ਜਵਾਬ ਦੇਣ ਨੂੰ 1 ਮਿੰਟ ਲਾਉਂਦੇ ਆ। ਮਹਾਰਾਜ ਜੀ ਇੰਨਾ ਟਾਈਮ ਸਾਡੇ ਕੋਲ ਕਿੱਥੇ, ਕੰਮ ਬੜੇ ਆ ਸਾਡੇ, ਤਾਂ ਜੰਜਾਲ ਹੀ ਨਹੀਂ ਮੁੱਕਦੇ ਸਾਡੇ, ਤਾਂ ਇੱਕ ਘੜੀ ਨਾਮ ਸਾਡੇ ਤੋਂ ਜਪਿਆ ਨਹੀਂ ਜਾਣਾ। ਤੁਸੀਂ ਕਿਰਪਾ ਕਰੋ, ਸਮੇਂ ਦੀ ਮਾਫੀ ਬਖਸ਼ ਦਿਓ, ਕੁਝ ਕੁ ਸਮਾਂ ਸਾਨੂੰ ਮਾਫ ਕਰ ਦਿਓ ਜੀ। ਮਹਾਰਾਜ ਫਰਮਾਨ ਕਰਦੇ ਨੇ, ਚੰਗਾ ਭਾਈ, ਜੇ ਇੱਕ ਘੜੀ ਨਹੀਂ ਨਾ ਜਪ ਸਕਦਾ, ਆਧੀ ਘੜੀ। ਇੱਕ ਘੜੀ ਨਹੀਂ ਜਪ ਸਕਦਾ, ਅੱਧੀ ਘੜੀ ਜਪ ਲਿਆ ਕਰ। ਅਸੀਂ ਫੇਰ ਕਹਿ ਦਿੰਨੇ, ਚਲਾਕ ਬਹੁਤੇ ਆ ਨਾ ਆਪਾਂ, ਅਸੀਂ ਫੇਰ ਜਵਾਬ ਦੇ ਦਿੰਦੇ ਹਾਂ, ਮਹਾਰਾਜ ਅੱਧੀ ਘੜੀ ਭਾਵ 12 ਮਿੰਟ। ਕਈ ਲੋਕ ਇੰਨਾ ਵੀ ਨਹੀਂ ਕਰਦੇ, ਇੰਨੇ ਕੁ ਟਾਈਮ ਤੋਂ ਵੀ ਮੁਨਕਰ ਹੋ ਰਹੇ ਹਨ। ਮਹਾਰਾਜ ਜੀ ਇੰਨਾ ਟਾਈਮ ਵੀ ਨਹੀਂ ਜਪਿਆ ਜਾਏਗਾ ਸਾਡੇ ਤੋਂ। ਫਿਰ ਮਹਾਰਾਜ ਜੀ ਕਹਿੰਦੇ ਨੇ, ਪਹਿਲਾਂ ਕਿਹਾ ਇੱਕ ਘੜੀ, ਫਿਰ ਕਿਹਾ ਆਧੀ ਘੜੀ। ਅਸੀਂ ਉੱਥੇ ਵੀ ਨਹੀਂ ਖੜੇ, ਅਸੀਂ ਜਵਾਬ ਦੇ ਦਿੱਤਾ। ਮਹਾਰਾਜ ਜੀ ਕਹਿੰਦੇ ਨੇ, ਆਧੀ ਹੋਣ ਤੇ ਆਦ। ਭਾਈ ਜੇ ਤੂੰ ਅੱਧੀ ਘੜੀ, ਇੱਕ ਘੜੀ 24 ਮਿੰਟਾਂ ਦੀ ਹੋ ਗਈ, ਅੱਧੀ ਘੜੀ 12 ਮਿੰਟਾਂ ਦੀ ਹੋ ਗਈ, ਆਧੀ ਹੋਣ ਤੇ ਆਦ 6 ਮਿੰਟ ਹੀ ਰਹਿ ਗਏ। ਕਹਿੰਦੇ ਇੰਨਾ ਕੁ ਤਾਂ ਤੂੰ ਜਪ ਸਕਦਾ ਹੈ। ਅਸੀਂ ਬਹੁਤੇ ਸਿਆਣੇ ਹੋ ਗਏ, ਅਸੀਂ ਇਹ ਤੋਂ ਵੀ ਜਵਾਬ ਦੇ ਦਿੱਤਾ, ਮਹਾਰਾਜ 6 ਮਿੰਟ ਵੀ ਨਹੀਂ ਜਪਿਆ ਜਾਣਾ, ਕਿਰਪਾ ਕਰਕੇ ਮਾਫ ਕਰੋ, ਸਾਡੇ ਕੰਮ ਚਲਾ ਦਿਓ, ਸਾਨੂੰ ਪੈਸਾ ਬੜਾ ਦੇ ਦਿਓ, ਸਾਡੇ ਬਿਜ਼ਨਸ ਵੱਡੇ ਵੱਡੇ ਚਲਾ ਦਿਓ। ਪਰ ਨਾਮ ਜਪਣ ਵਾਲਾ ਕੰਮ ਜਰਾ ਕੁ ਔਖਾ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਵੀ ਦੇ ਕਿਨਾਰੇ ਤੇ ਸਜੇ ਹੋਏ ਹਨ, ਜਿੱਥੇ ਅੱਜ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਾਕਿਸਤਾਨ ਦੀ ਧਰਤੀ ਤੇ ਜਾਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਦਰਸ਼ਨ ਦੇ ਕੇ ਸੰਗਤ ਦਾ ਰੂਪ ਉਹਨਾਂ ਨੂੰ ਪ੍ਰਦਾਨ ਕਰ ਰਹੇ ਹਨ। ਬੜੇ ਬੜੇ ਪਾਪ ਕਰਮ ਖਤਮ ਕਰ ਰਹੇ ਹਨ ਪਾਪੀ ਜੀਵਾਂ ਦੇ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੇ ਵਾਰ। ਜਿਨ੍ਹਾਂ ਨੇ ਮਾਨਸਾਂ ਤੋਂ ਦੇਵਤੇ ਬਣਾਤਾ, ਪਾਪੀਆਂ ਤੋਂ ਇਨਸਾਨ ਬਣਾਤਾ। ਇਸ ਤਰ੍ਹਾਂ ਦਾ ਬ੍ਰਹਮ ਦਾ ਗਿਆਨ ਦੇਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ, ਡਿਵਾਈਨ ਨੌਲੇਜ ਪ੍ਰਦਾਨ ਕਰਨ ਵਾਲੇ ਸਤਿਗੁਰੂ ਸਜੇ ਹੋਏ ਹਨ, ਸੰਗਤਾਂ ਨੂੰ ਦੀਦਾਰ ਦੇ ਰਹੇ ਹਨ। ਸਤਿਗੁਰਾਂ ਦੇ ਪਾਸ ਇੱਕ ਬੀਬੀ ਭੈਣ ਰੋਜ਼ ਆਪਣੇ ਘਰ ਵਾਲੇ ਦੇ ਵਾਸਤੇ ਪ੍ਰਸ਼ਾਦਾ ਲੈ ਕੇ ਆਉਂਦੀ ਹੈ। ਅੱਜ ਦੇਖਿਆ ਉਹ 3 ਫੱਕਰ ਫਕੀਰ ਰੱਬ ਦੇ ਪਿਆਰੇ ਸਾਧੂ ਜਨ ਬੈਠੇ ਹਨ। ਕਿਉਂ ਨਾ ਮੈਂ ਭੋਜਨ ਪ੍ਰਸ਼ਾਦਾ ਸਤਿਪੁਰਸ਼ਾਂ ਵਾਸਤੇ ਵੀ ਲੈ ਆਇਆ ਕਰਾਂ। ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਲਿਆਉਂਦੀ ਹੈ। ਜਦੋਂ ਪ੍ਰਸ਼ਾਦਾ ਲਿਆ ਕੇ ਛਕਾਉਂਦੀ ਹੈ ਤਾਂ ਘਰ ਵਾਲੇ ਦੇ ਮਨ ਵਿੱਚ ਸ਼ੰਕਾ ਜੀ ਹੋ ਗਈ। ਸਾਧ ਸੰਗਤ ਜਦੋਂ ਅਸੀਂ ਗ੍ਰੰਥ ਪੜ੍ਹਦੇ ਹਾਂ ਤਾਂ ਗ੍ਰੰਥਾਂ ਵਿੱਚ ਆਉਂਦਾ ਹੈ ਕਿ ਬੀਬੀਆਂ ਭੈਣਾਂ ਸ਼ਰਧਾ ਬਣਾ ਕੇ ਰੱਖਦੀਆਂ ਹਨ,
ਭਾਈਆਂ ਦੀ ਸ਼ਰਧਾ ਕਿਤੇ ਨਾ ਕਿਤੇ ਜਾ ਕਰਕੇ ਡੋਲ ਜਾਂਦੀ ਹੈ। ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨਮਸਕਾਰ ਕਰਨ ਵਾਸਤੇ ਪਹੁੰਚੇ, ਉਥੋਂ ਦੇ ਮਸ਼ੰਦਾਂ ਨੇ, ਪੁਜਾਰੀਆਂ ਨੇ ਸੱਚਖੰਡ ਦਰਬਾਰ ਸਾਹਿਬ ਨੂੰ ਕੁੰਡਾ ਲਗਾ ਲਿਆ, ਬੰਦ ਕਰ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਬਾਹਰੋਂ ਬਾਹਰ ਵਾਪਸ ਆ ਗਏ। ਇਹ ਵਚਨ ਬੋਲ ਕਰਕੇ ਅੰਮ੍ਰਿਤਸਰੀਏ ਅੰਤਰ ਅਗਨ ਤੇ ਅੰਤਰ ਸੜੀਏ, ਵੀ ਤੁਸੀਂ ਭਾਈ ਹੈਗੇ ਤਾਂ ਅੰਮ੍ਰਿਤ ਦਾ ਇਸ਼ਨਾਨ ਕਰਨ ਵਾਲੇ, ਅੰਮ੍ਰਿਤ ਦੀ ਬਾਣੀ ਸੁਣਨ ਵਾਲੇ, ਅੰਮ੍ਰਿਤਸਰ ਵਿੱਚ ਰਹਿਣ ਵਾਲੇ, ਪਰ ਤੁਹਾਡੀ ਈਰਖਾ ਇੰਨੀ ਜ਼ਿਆਦਾ, ਤੁਸੀਂ ਸਾਨੂੰ ਦੀਦਾਰ ਨਹੀਂ ਕਰਨ ਦਿੰਦੇ। ਅੰਤਰ ਅਗਨ ਤੇ ਅੰਤਰ ਸੜੀਏ, ਈਰਖਾ ਦੀ ਅੱਗ ਵਿੱਚ ਸੜੇ ਹੋਏ ਸਾਨੂੰ ਦੀਦਾਰ ਨਹੀਂ ਕਰਨ ਦੇ ਰਹੇ। ਸਤਿਗੁਰੂ ਜਦੋਂ ਉੱਥੋਂ ਵਾਪਸ ਆ ਰਹੇ ਸਨ ਤਾਂ ਮਾਝੇ ਦੀਆਂ ਮਾਈਆਂ ਬੀਬੀਆਂ ਭੈਣਾਂ ਨੇ ਸਤਿਗੁਰਾਂ ਨੂੰ ਭੋਜਨ ਵੀ ਛਕਾਇਆ, ਰਸਤੇ ਵਿੱਚ ਰੋਕ ਕੇ ਸੇਵਾ ਵੀ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਦੇ ਘਰ ਵਿੱਚ ਆ ਕੇ ਕਹਿਣਾ ਕੀਤਾ, ਮਾਈਆਂ ਰੱਬ ਰਜਾਈਆਂ, ਰੱਬ ਨੂੰ ਖੁਸ਼ ਕਰ ਦੇਣ ਵਾਲੀਆਂ, ਪਰਮੇਸ਼ਰ ਦੀਆਂ ਖੁਸ਼ੀਆਂ ਲੈਣ ਵਾਲੀਆਂ ਇਹ ਬੀਬੀਆਂ ਭੈਣਾਂ, ਇਹਨਾਂ ਨੇ ਇੱਜ਼ਤ ਪੱਤ ਰੱਖ ਲਈ ਹੈ। ਇਵੇਂ ਕਿਵੇਂ ਇਸ ਬੀਬੀ ਭੈਣ ਨੂੰ ਅੰਤਾਂ ਦੀ ਸ਼ਰਧਾ ਹੈ, ਵਿਸ਼ਵਾਸ ਅਤੇ ਭਰੋਸਾ ਹੈ। ਦੋਦੇ ਨੂੰ ਸ਼ੰਕਾ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਸ਼ਾਦਾ ਲੈ ਕੇ ਜਦੋਂ ਬੀਬੀ ਭੈਣ ਆਈ, 3 ਥਾਲਾਂ ਵਿੱਚ ਪ੍ਰਸ਼ਾਦਾ ਪਰੋਸ ਦਿੱਤਾ। ਸਤਿਗੁਰੂ ਕਹਿੰਦੇ ਇੱਕ ਥਾਲ ਵਿੱਚ ਪ੍ਰਸ਼ਾਦਾ ਹੋਰ ਪਰੋਸ ਭਾਈ ਬੀਬਾ। ਕਹਿਣ ਲੱਗੀ ਮਹਾਰਾਜ ਕਿਹਦੇ ਵਾਸਤੇ? ਕਹਿੰਦੀ ਤੂੰ ਪਰੋਸ ਤਾਂ ਸਹੀ। ਉਹਨੇ ਪਰੋਸ ਦਿੱਤਾ ਪ੍ਰਸ਼ਾਦਾ। ਕਹਿੰਦੀ ਮਹਾਰਾਜ ਹੁਕਮ ਕਰੋ ਕਿਹਦੇ ਵਾਸਤੇ ਹੈ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਓ ਦਰਖਤ ਦੇ ਪਿਛਲੇ ਪਾਸੇ ਤੇਰੇ ਘਰ ਵਾਲਾ ਤੇਰਾ ਪਿੱਛਾ ਕਰਦਾ ਕਰਦਾ ਪਹੁੰਚ ਗਿਆ। ਔਰ ਤੇਰੇ ਘਰ ਵਾਲਾ ਆਇਆ ਹੈ, ਉਸ ਨੂੰ ਵੀ ਕੋਲ ਬੁਲਾ ਲੈ, ਪਾਸ ਬੁਲਾ ਕਰਕੇ ਉਹਨੂੰ ਵੀ ਭੋਜਨ ਛਕਾ ਦੇ, ਉਹਨੂੰ ਵੀ ਪ੍ਰਸ਼ਾਦਾ ਛਕਾ ਦੇ। ਹੁਣ ਉਸ ਸਿੱਖ ਨੂੰ ਅੰਤਾਂ ਦੀ ਸ਼ਰਮ ਆਈ ਕਿ ਮੈਂ ਸੰਸਾ ਤੇ ਸ਼ੰਕਾ ਕੀਤਾ। ਅੱਜ ਦੇ ਜ਼ਮਾਨੇ ਵਿੱਚ ਵੀ ਜਦੋਂ ਅਸੀਂ ਮਹਾਪੁਰਸ਼ਾਂ ਕੋਲ ਜਾਂਦੇ ਹਾਂ, ਮਨ ਵਿੱਚ ਸਵਾਲ ਹੁੰਦਾ ਕਿ ਸੰਤ ਮੇਰਾ ਨਾਮ ਲੈ ਕੇ ਬੁਲਾਉਣ, ਮੈਂ ਤਾਂ ਸੰਤਾਂ ਨੂੰ ਸੰਤ ਮੰਨਾਂਗਾ। ਅੱਜ ਦੇ ਜ਼ਮਾਨੇ 'ਚ ਮਨ ਵਿੱਚ ਸਵਾਲ ਲੈ ਕੇ ਬੈਠ ਜਾਂਦੇ ਹਾਂ ਔਰ ਕਹਿੰਦੇ ਹਾਂ ਜੇ ਸ਼ਕਤੀ ਹੈ ਤਾਂ ਆਪੇ ਹੀ ਬੁੱਝਣ, ਮੈਂ ਨਹੀਂ ਬੋਲ ਕੇ ਕੁਝ ਦੱਸਾਂਗਾ। ਆਪ ਤਾਂ ਪਹਿਲਾਂ ਬੜਾ ਪਰਖਦੇ ਹਨ, ਪਰ ਜਦੋਂ ਸਾਧੂ ਕਸੌਟੀ ਲਾਉਂਦੇ ਐ ਫਿਰ ਮੈਦਾਨ ਛੱਡ ਕੇ ਭੱਜ ਜਾਂਦੇ ਹਨ। ਕੋਈ ਹੋਈ ਹੁੰਦਾ ਕਰਮਾਂ ਵਾਲਾ ਜਿਹੜਾ ਇਸ ਕਸੌਟੀ ਤੇ ਖਰਾ ਉਤਰਦਾ। ਹੁਣ ਇਹ ਗੱਲ ਬੋਲਣ ਵਾਲੇ ਤਾਂ ਬੜੇ ਸਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੰਡੀ ਪੁੱਠੀ ਪੈ ਗਈ। ਇਹ ਛੋਟੀ ਜੀ ਉਮਰ ਦਾ ਗੁਰੂ, ਇਹਦੇ ਤੋਂ ਗੁਰਤਾ ਗੁਰਗੱਦੀ ਸੰਭਾਲੀ ਨਹੀਂ ਗਈ। ਆ ਦਿਨ ਜੋ ਚੱਲਦੇ ਹਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਦਿਨ ਹਨ। ਜਿਵੇਂ ਲੰਘਿਆ ਹੋਇਆ ਕੱਲ ਯੈਸਟਰਡੇ, ਅੱਜ ਆਉਣ ਵਾਲਾ ਕੱਲ ਟੁਮਾਰੋ ਅਤੇ ਪਰਸੋਂ, ਇਹ ਸਭ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਇਹ ਦਿਨ ਹਨ। ਹੁਣ ਸਾਧ ਸੰਗਤ ਇਹ ਗੱਲ ਕਹਿਣ ਵਾਲੇ ਤਾਂ ਬਹੁਤ ਸੀ ਕਿ ਸੱਚੇ ਪਾਤਸ਼ਾਹ ਨੂੰ ਚੰਡੀ ਪੁੱਠੀ ਪੈ ਗਈ। ਸਟੇਜ ਦੇ ਉੱਤੇ ਖੜਦੇ ਹਨ ਔਰ ਖੜ ਕੇ ਮੁਖ ਤੋਂ ਕਹਿੰਦੇ ਹਨ, ਖੰਡਾ ਖਿੱਚਿਆ ਗੁਰੂ ਦਸ਼ਮੇਸ਼ ਨੇ, ਉੱਚੀ ਜ਼ੋਰ ਨਾਲ ਬੋਲ ਕੇ ਜੈਕਾਰਾ, ਤੇਜ ਝੱਲਿਆ ਕਿਸੇ ਤੋਂ ਗਿਆ ਨਾ, ਦੇਖ ਹੋ ਗਿਆ ਦੀਵਾਨ ਗੁੰਮ ਸਾਰਾ। ਅੱਜ ਲੋੜ ਹੈ ਅਸਾਂ ਨੂੰ ਇੱਕ ਸੀਸ ਦੀ, ਮੁਖੋਂ ਸਤਿਗੁਰਾਂ ਬਚਨ ਉਚਾਰਾ। ਉਹਨੂੰ ਖੰਡੇ ਵਾਲੀ ਧਾਰ ਉੱਤੇ ਚਾੜ ਕੇ ਕਰ ਦੇਵਾਂਗੇ ਪਾਰ ਉਤਾਰਾ। ਇਹ ਬਚਨ ਸੁਣ ਕੇ ਮਾਤਾ ਜੀਆਂ ਕੋਲ ਜਾ ਕੇ, ਮਾਤਾ ਗੁਜਰ ਕੌਰ ਜੀਆਂ ਕੋਲ ਜਾ ਕੇ ਕਹਿਣ ਵਾਲੇ ਬਹੁਤ ਸਨ, ਤੇਰੇ ਪੁੱਤ ਨੂੰ ਚੰਡੀ ਪੁੱਠੀ ਪੈ ਗਈ, ਚੰਡੀ ਦੇ ਪਾਠ ਬਹੁਤੇ ਕਰਦਾ ਹੈ, ਇਸ ਕਰਕੇ ਆਪ ਦੇ ਸਿੱਖਾਂ ਦੇ ਸਿਰ ਵੱਢੀ ਜਾ ਰਿਹਾ ਹੈ। ਆਵਾਜ਼ਾਂ ਦਿੰਦਾ ਤੇਰਾ ਬੇਟਾ ਗੋਬਿੰਦ ਰਾਏ, ਆਵਾਜ਼ ਦੇ ਕੇ ਕਹਿੰਦਾ ਮੈਨੂੰ ਇੱਕ ਸੀਸ ਚਾਹੀਦਾ, ਮੈਨੂੰ ਸੀਸ ਦਿਓ। ਕੋਈ ਵਿੱਚੋਂ ਉੱਠਦਾ ਜਾ ਕੇ ਆਪ ਦਾ ਨਾਮ ਪਤਾ ਦੱਸਦਾ, ਸੱਚੇ ਪਾਤਸ਼ਾਹ ਉਹਨੂੰ ਤੰਬੂ ਵਿੱਚ ਲੈ ਜਾਂਦੇ ਐ, ਉਹਦਾ ਸਿਰ ਧੜ ਤੋਂ ਜੁਦਾ ਕਰ ਦਿੰਦੇ ਐ।
ਫਿਰ ਖੂਨ ਨਾਲ ਲਿਬੜੀ ਕਿਰਪਾਨ ਲੈ ਕੇ ਫਿਰ ਸਟੇਜ ਤੇ ਆ ਕੇ ਕਹਿੰਦੇ ਮੈਨੂੰ ਇੱਕ ਸੀਸ ਚਾਹੀਦਾ ਹੈ। ਹੁਣ ਦੇਖੋ ਸੀਸ ਦੇਣ ਵਾਲੇ ਤਾਂ 80,000 ਵਿੱਚੋਂ ਕੇਵਲ 5 ਹੀ ਸਨ, ਪਰ ਸਤਿਗੁਰਾਂ ਵਾਸਤੇ ਇਹੋ ਜਿਹੀਆਂ ਗੱਲਾਂ ਬੋਲਣ ਵਾਲੇ ਕਿਤਨੇ ਸਨ ਕਿ ਸਤਿਗੁਰੂ ਛੋਟੀ ਉਮਰ ਦੇ ਹਨ, ਇਹਨਾਂ ਤੇ ਚੰਡੀ ਪੁੱਠੀ ਪੈ ਗਈ ਹੈ, ਇਹਨਾਂ ਤੋਂ ਗੁਰਤਾ ਗੁਰਗੱਦੀ ਸੰਭਾਲੀ ਨਹੀਂ ਗਈ। ਇਸ ਤਰ੍ਹਾਂ ਦੀਆਂ ਗੱਲਾਂ ਬੋਲਣ ਵਾਲੇ ਬਹੁਤੇ ਸਨ। ਇਸ ਕਰਕੇ ਅਸੀਂ ਗੁਰੂਆਂ ਕੋਲ ਸਾਧੂ ਜਨਾਂ ਕੋਲ ਜਾਂਦੇ ਹਾਂ, ਜਾ ਕਰਕੇ ਅਸੀਂ ਸਿਰਫ ਛੋਟੇ ਛੋਟੇ ਸਵਾਲ ਮਨ ਵਿੱਚ ਰੱਖਦੇ ਹਾਂ। ਮੇਰਾ ਆ ਵੀ ਸ਼ੰਕਾ ਨਿਵਰਤ ਕਰ ਦੇਣ, ਮੇਰੀ ਉਹ ਵੀ ਸ਼ੰਕਾ ਨਿਵਰਤ ਕਰ ਦੇਣ। ਜੇ ਉਹ ਸਾਧੂ ਜਨ ਉਹਦੀ ਮਨ ਦੀ ਗੱਲ ਨੂੰ ਨਹੀਂ ਬੋਲ ਕੇ ਦੱਸਦੇ, ਫਿਰ ਉਹਨਾਂ ਨੂੰ ਲੱਗਦਾ ਇਹ ਕੱਚਾ ਗੁਰੂ ਹੈ। ਜੇ ਦੱਸ ਵੀ ਦਿੰਦੇ ਹਨ, ਜਦੋਂ ਫਿਰ ਗੁਰੂ ਕਸੌਟੀ ਲਾਉਂਦੇ ਹਨ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਕਰਮਾਂ ਵਾਲਾ ਹੈ ਜਿਹੜਾ ਕੋਈ ਬਚਨ ਕਮਾ ਜਾਂਦਾ ਹੈ, ਔਰ ਜਿਹੜਾ ਬਚਨ ਕਮਾ ਜਾਂਦਾ ਹੈ, ਸ਼੍ਰੀ ਗੁਰੂ ਨਾਨਕ ਦੇਵ ਕਹਿੰਦੇ ਹਨ, ਐ ਭਾਈ ਲੈਣਿਆ ਆ ਮੇਰੇ ਅੱਗੇ ਮੁਰਦਾ ਪਿਆ ਹੈ, ਖਾ ਜਾ ਇਸ ਨੂੰ। ਉਸੇ ਵੇਲੇ ਕਹਿੰਦਾ ਹੁਕਮ ਕਰੋ ਕਿੱਧਰੋਂ ਕੱਪੜਾ ਉਤਾਰਾਂ ਇਸ ਡੈਡ ਬਾਡੀ ਦਾ, ਕਿੱਧਰਲੇ ਪਾਸਿਓਂ ਖਾਵਾਂ, ਹੁਕਮ ਕਰੋ। ਸਾਰੀ ਦੁਨੀਆ ਛੋੜ ਕੇ ਚਲੀ ਗਈ। ਇੱਕ ਭਾਈ ਲੈਣਾ ਮੁਰਦਾ ਖਾਣ ਵਾਸਤੇ ਉੱਤੋਂ ਚਾਦਰ ਉਤਾਰ ਰਿਹਾ ਹੈ, ਲਿਆਓ ਜੀ ਖਾ ਲਵਾਂ। ਜਦੋਂ ਉੱਤੋਂ ਚਾਦਰ ਉਤਾਰਦਾ, ਕੱਪੜਾ ਉਤਾਰਦਾ, ਤਾਂ ਵਿੱਚੋਂ ਸਾਧ ਸੰਗਤ ਜੀ ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਹੋ ਜਾਂਦੀ ਹੈ। ਭਾਵ ਕਹਿਣ ਤੋਂ ਕਿ ਬਚਨ ਸੁਣਨ ਨੂੰ ਤਾਂ ਬੜੇ ਤਿਆਰ ਹਾਂ, ਪਰ ਜਦੋਂ ਕਸੌਟੀ ਲੱਗਦੀ ਹੈ, ਪਾਸ ਹੋਣ ਵਾਸਤੇ ਅਸੀਂ ਤਿਆਰ ਨਹੀਂ। ਦੌੜਨ ਵੇਲੇ ਸਭ ਤੋਂ ਅੱਗੇ ਹੋ ਕੇ ਦੌੜਦੇ ਹਾਂ। ਸੋ ਇਸ ਕਰਕੇ ਹੁਣ ਭਾਈ ਦੋਦੇ ਨੂੰ ਬੜੀ ਸ਼ਰਮ ਆਈ। ਮੇਰੀ ਘਰ ਵਾਲੀ ਬੀਬੀ ਤਾਂ ਸੰਤਾਂ ਦੀ ਸੇਵਾ ਕਰਦੀ ਸੀ, ਭੁੱਖੇ ਸਾਧੂਆਂ ਨੂੰ ਭੋਜਨ ਛਕਾਉਂਦੀ ਸੀ, ਮੈਂ ਤਾਂ ਬੜਾ ਮਾੜਾ ਕਰਮ ਕੀਤਾ। ਮੈਂ ਆਪਣੀ ਘਰ ਵਾਲੀ ਬੀਬੀ ਤੇ ਸ਼ੰਕਾ ਕੀਤਾ ਹੈ, ਡਾਊਟ ਕੀਤਾ ਹੈ, ਮੈਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ। ਉਸੇ ਦਿਨ ਤੋਂ ਉਸਨੇ ਸੰਕਲਪ ਕੀਤਾ, ਮੈਂ ਰੋਜ਼ ਜਿੰਨੇ ਦਿਨ ਇਹ ਸੰਤ ਜਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਸਾਹਿਬ ਭਾਈ ਬਾਲਾ ਜੀ, ਭਾਈ ਸਾਹਿਬ ਭਾਈ ਮਰਦਾਨਾ ਜੀ, ਜਿੰਨੀ ਦੇਰ ਤੱਕ ਇਹ ਤਿੰਨੇ ਫਕਰ ਫਕੀਰ ਰੱਬ ਦੇ ਬੰਦੇ ਇੱਥੇ ਰਹਿਣਗੇ, ਉਨੀ ਦੇਰ ਮੈਂ ਦੁੱਧ ਦੀ ਸੇਵਾ ਇਹਨਾਂ ਨੂੰ ਕਰਿਆ ਕਰਾਂਗਾ। ਹੁਣ ਇਸਨੇ ਰੋਜ਼ ਉੱਥੇ ਮੱਝਾਂ ਚਾਰਦਾ ਹੁੰਦਾ ਸੀ। ਜਿੰਨੇ ਇੱਕ ਦਿਨ ਸਤਿਗੁਰੂ 2 4 5 7 10 ਦਿਨ ਰਹੇ, ਮੱਝਾਂ ਦਾ ਤਾਜ਼ਾ ਦੁੱਧ ਇਹਨੇ ਕੱਢਣਾ ਔਰ ਲਿਜਾ ਕਰਕੇ ਸਤਿਗੁਰਾਂ ਨੂੰ ਛਕਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਬੜੇ ਪ੍ਰਸੰਨ ਹਾਂ। ਅਸੀਂ ਇੱਥੋਂ ਵਿਚਾਰ ਪ੍ਰਾਰੰਭ ਕੀਤੀ ਹੈ ਕਿ ਅਸੀਂ ਮੰਗਦੇ ਕੀ ਹਾਂ, ਸਾਨੂੰ ਮੰਗਣਾ ਕੀ ਚਾਹੀਦਾ ਹੈ। ਜਿਹੜੇ ਅੱਜ ਆਪਾਂ 17ਵੇਂ ਸ਼ਲੋਕ ਦੀ ਵਿਆਖਿਆ ਪ੍ਰਾਰੰਭ ਕਰਨੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 1355 ਨੰਬਰ ਅੰਗ ਤੇ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦਾ 17ਵਾਂ ਸ਼ਲੋਕ ਆਪਾਂ ਨੇ ਅੱਜ ਵਿਚਾਰਨਾ ਹੈ। ਸਤਿਗੁਰੂ ਕੀ ਫਰਮਾਨ ਕਰਦੇ ਹਨ? ਸਤਿਗੁਰੂ ਕਹਿੰਦੇ ਗ੍ਰੰਥ ਗਿਰਪਤਤ ਪਾਤਾਲੰ ਜਲੰਤ ਦੇ ਦੀਪੇ ਬੈਸਵੰਤਰ ਹੈ। ਦੱਸਦੇ ਹਨ ਸੱਚੇ ਪਾਤਸ਼ਾਹ ਕਹਿੰਦੇ ਪਹਾੜ ਤੋਂ ਡਿੱਗ ਕੇ ਪਤਾਲ ਵਿੱਚ ਜਾ ਕੇ ਪੈ ਜਾਣਾ ਬਹੁਤਾ ਔਖਾ ਨਹੀਂ। ਬਲਦੀ ਹੋਈ ਅੱਗ ਦੇ ਵਿੱਚ ਆਪਣੇ ਸਰੀਰ ਨੂੰ ਸਾੜ ਲੈਣਾ ਕੋਈ ਔਖਾ ਨਹੀਂ। ਬਹੰਤ ਅਘਾਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਮਰਣੈ। ਕਹਿੰਦੇ ਬੜੇ ਬੜੀਆਂ ਪਾਣੀ ਦੀਆਂ ਤਰੰਗਾਂ ਦੇ ਵਿੱਚ ਵਹਿ ਜਾਣਾ, ਰੁੜ ਜਾਣਾ ਵੀ ਕੋਈ ਔਖਾ ਨਹੀਂ। ਵਹੰਤ ਅਗਾਹਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ। ਸਭ ਤੋਂ ਵੱਡਾ ਦੁੱਖ ਹੈ ਘਰ ਦੀ ਚਿੰਤਾ ਦਾ। ਸਭ ਤੋਂ ਵੱਡਾ ਦੁੱਖ ਹੈ ਮੇਰੇ ਤੋਂ ਬਿਨਾਂ ਮੇਰੇ ਜਵਾਕਾਂ ਦਾ ਕਿਆ ਬਣੇਗਾ, ਮੇਰੇ ਬੱਚੇ ਕਿਤੇ ਭੁੱਖੇ ਤਾਂ ਨਹੀਂ ਮਰ ਜਾਣਗੇ। ਜੇ ਮੈਂ ਨਾ ਹੋਇਆ ਮੇਰੇ ਬੱਚਿਆਂ ਨੂੰ ਅੱਛੀ ਸਿੱਖਿਆ ਕੌਣ ਦੇਵੇਗਾ, ਪੜ੍ਹਾਈ ਕੌਣ ਕਰਾਏਗਾ, ਉੱਚ ਪੱਧਰ ਤੇ ਕੌਣ ਪਹੁੰਚਾਏਗਾ। ਘਰ ਦੀ ਚਿੰਤਾ ਚਿਖਾ ਦੇ ਬਰਾਬਰ ਮੰਨੀ ਗਈ ਹੈ। ਕੀ ਫਰਮਾਨ ਕਰਦੇ ਹਨ? ਕਹਿੰਦੇ ਹੁਣ ਇਹ ਜੋ ਅਸੀਂ ਪ੍ਰਮਾਣ ਤੁਹਾਨੂੰ ਦੇ ਰਹੇ ਹਾਂ, ਪੰਥ ਰਤਨ ਭਾਈ ਸਾਹਿਬ ਭਾਈ ਵੀਰ ਸਿੰਘ ਜੀਆਂ ਦਾ ਜੋ ਲਿਖਣਾ ਕੀਤਾ ਗ੍ਰੰਥ ਨਾਨਕ ਚਮਤਕਾਰ ਹੈ, ਉਸ ਦੇ ਵਿੱਚੋਂ ਪ੍ਰਮਾਣ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਰੋਜ਼ ਦੁੱਧ ਛਕਾਉਂਦਾ ਹੈ।
ਅੱਜ ਜਦੋਂ ਦੁੱਧ ਲਿਆ ਕੇ ਰੱਖਿਆ, ਸਤਿਗੁਰੂ ਇੱਕ ਅਦਭੁਤ ਆਨੰਦ ਵਿੱਚ ਬੈਠੇ ਹਨ, ਅਦਭੁਤ ਰੰਗ ਵਿੱਚ ਰੰਗੇ ਬੈਠੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁੱਧ ਵਾਲਾ ਵਾਟਾ ਹੱਥ ਤੇ ਰੱਖਿਆ, ਇੱਕ ਘੁੱਟ ਭਰੀ, ਫਿਰ ਹੱਥ ਤੇ ਰੱਖੀ ਬੈਠੇ ਹਨ। ਇੱਕ ਅਜਬ ਜੀ ਮਸਤੀ ਦੇ ਵਿੱਚ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਐਂ ਬਾਟਾ ਹੱਥ ਤੇ ਰੱਖਿਆ, ਪ੍ਰਵਚਨ ਕਰ ਰਹੇ ਹਨ, ਐ ਭਾਈ ਦੋਧਿਆ, ਅੰਤਾਂ ਦੀ ਸੇਵਾ ਕੀਤੀ, ਐਨਾ ਦੁੱਧ ਪਿਲਾਇਆ, ਅਸੀਂ ਤੈਨੂੰ ਭਾਈ ਦੋਧਾ ਹੀ ਕਹਿਣਾ ਸ਼ੁਰੂ ਕਰ ਦਿੱਤਾ। ਐ ਭਾਈ ਦੋਧਿਆ, ਅਸੀਂ ਤੇਰੇ ਤੇ ਇੰਨੇ ਕੁ ਪ੍ਰਸੰਨ ਆ, ਤੂੰ ਜੋ ਵੀ ਮੰਗਣਾ ਚਾਹੁੰਦੇ ਮੰਗ ਲੈ, ਅਸੀਂ ਸਾਰੀਆਂ ਵਸਤੂਆਂ ਤੈਨੂੰ ਦੇਣ ਵਾਸਤੇ ਤਿਆਰ ਹਾਂ, ਮੰਗ ਕੀ ਮੰਗਦਾ। ਉਹਨੇ ਹਾਰ ਨਾ ਕੀਤੀ, ਹਿੰਮਤ ਨਾ ਛੋਡੀ। ਕੀ ਕੀਤਾ? ਦੋਨੋਂ ਹੱਥ ਜੋੜੇ, ਸਿਰ ਨੀਵਾਂ ਕੀਤਾ, ਕਹਿੰਦਾ ਜੀ ਮੇਰੇ ਪਾਸ ਨਾ ਹੁਣ 20 ਮੱਝਾਂ ਨੇ, ਕਿਰਪਾ ਕਰਕੇ 100 ਮੱਝਾਂ ਦੇ ਦਿਓ। ਸਾਧ ਸੰਗਤ ਮੰਗ, ਅਕਾਲ ਪੁਰਖ ਵਾਹਿਗੁਰੂ ਆਪ ਨਾਰਾਇਣ ਕਲਾਤਾਰ, ਜਗ ਮੈਂ ਪਰਵਰਿਓ। ਜੋ ਆਪ ਸ੍ਰੀ ਗੁਰੂ ਨਾਨਕ ਦੇਵ ਸਜੇ ਹੋਏ ਹਨ ਸਾਹਮਣੇ, ਸਤਿਗੁਰਾਂ ਦੇ ਸਾਹਮਣੇ ਬੈਠਾ, ਸਤਿਗੁਰਾਂ ਤੋਂ ਮੱਝਾਂ ਮੰਗ ਰਿਹਾ ਹੈ। ਭਾਈ ਮਰਦਾਨਾ ਕਹਿੰਦੇ, ਉਹ ਭਾਈ ਦੋਧਿਆ, ਤੇਰੇ ਅੱਗੇ ਆਪ ਭਗਵਾਨ ਆਏ ਬੈਠੇ ਹਨ, ਪਰਮੇਸ਼ਰ ਤੇਰੇ ਸਾਹਮਣੇ ਬੈਠੇ ਹਨ, ਤੂੰ ਮੱਝਾਂ ਮੰਗਦਾ ਹੈ, ਤੂੰ ਨਾਮ ਮੰਗ। ਵਿਣ ਤੁਧ ਕੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਤੇਰੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ, ਤੇਰੇ ਸੰਸੇ ਸ਼ੰਕੇ ਨਿਵਰਤ ਹੋ ਜਾਣਗੇ, ਤੂੰ मीट टू गॉड हो जाएगा, तेरा आया सफला हो जाएगा। जो एम ऑफ लाइफ मीट टू गॉड है, तू अपने एम ਦੇ ਉੱਤੇ ਪੂਰਾ ਉਤਰ ਜਾਏਗਾ। ਉਹ ਕਹਿੰਦਾ, ਬਾਬਾ ਮਰਦਾਨਾ ਤੂੰ ਚੁੱਪ ਕਰ, ਮੇਰੇ ਨਾਲ ਰੱਬ ਗੱਲਾਂ ਕਰਦਾ ਹੈ, ਮੈਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਮੈਂ ਉਹੀ ਮੰਗਾਂਗਾ। ਨਾਮ ਮੇਰੇ ਤੋਂ ਜਪਿਆ ਨਹੀਂ ਜਾਣਾ, ਵਸਤੂਆਂ ਦੀ ਮੈਨੂੰ ਜ਼ਰੂਰਤ ਹੈ। ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਹੋਰ ਮੰਗ ਕੀ ਮੰਗਦਾ ਹੈ? ਕਹਿੰਦਾ ਜੀ ਇੰਨੀ ਇੱਕ ਜ਼ਮੀਨ ਦੇ ਦਿਓ, ਮੈਂ 100 ਮੱਝਾਂ ਚਰਨ ਵਾਸਤੇ ਛੱਡਦਿਆਂ ਮੈਨੂੰ ਜਾ ਕੇ ਮੋੜਨੀਆਂ ਨਾ ਪੈਣ। ਹੁਣ ਮੈਂ ਇਧਰੋਂ ਦੀ ਹੋ ਕੇ ਜਾਣਾ, ਇਧਰ ਕਿਸੇ ਦੇ ਖੇਤ ਵਿੱਚ ਵੜ ਜਾਂਦੀਆਂ ਹਨ, ਇਧਰੋਂ ਦੀ ਹੋ ਕੇ ਜਾਣਾ, ਕਿਸੇ ਦੇ ਖੇਤ ਵਿੱਚ ਵੜ ਜਾਂਦੀਆਂ ਹਨ। ਮੇਰਾ ਮਨ ਉਪਰਾਮ ਰਹਿੰਦਾ ਹੈ, ਮੈਂ 2 ਘੜੀ ਸੌਂ ਵੀ ਨਹੀਂ ਸਕਦਾ। ਦੁਪਹਿਰ ਦੇ ਵੇਲੇ ਮੈਂ ਮੱਝਾਂ ਹੀ ਬਸ ਮੋੜਦਾ ਫਿਰੀ ਜਾਂਦਾ ਹਾਂ। ਕਿਰਪਾ ਕਰੋ ਮੈਨੂੰ 100 ਮੱਝਾਂ ਦੇ ਦਿਓ, ਔਰ ਆ ਸਾਰੀ ਜ਼ਮੀਨ ਮੈਨੂੰ ਦੇ ਦਿਓ, ਸਾਰੀ ਦੀ ਸਾਰੀ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸੋ, ਕਰਤਾਰਪੁਰ ਵਾਲੀ ਸਾਰੀ ਧਰਤੀ ਇਹ ਮੈਨੂੰ ਦੇ ਦਿਓ। ਸੱਚੇ ਪਾਤਸ਼ਾਹ ਕਹਿੰਦੇ ਮਿਲ ਜਾਏਗੀ, ਤਥਾਸਤੂ। ਹੋਰ ਮੰਗ। ਭਾਈ ਬਾਲਾ ਕਹਿੰਦਾ, ਭਾਈ ਹੁਣ ਤਾਂ ਨਾਮ ਮੰਗ ਲੈ, ਤੂੰ ਹਜੇ ਵੀ ਨਾਮ ਵਾਲੇ ਪਾਸੇ ਨੂੰ ਨਹੀਂ ਚੱਲਦਾ। ਇਹ ਵਸਤੂਆਂ ਬਿਨਸਨਹਾਰ ਹਨ, ਇਹਨਾਂ ਨੇ ਖਤਮ ਹੋ ਜਾਣਾ ਹੈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਮੈਨੇ ਖਤਮ ਹੋ ਜਾਣ ਵਾਲਾ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸੋ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਕ ਹਸਤ। ਉਹ ਕਹਿੰਦੇ ਇਹ ਸਾਰੀਆਂ ਵਸਤੂਆਂ ਖਤਮ ਹੋ ਜਾਣੀਆਂ ਨੇ। ਕਿਹਦੇ ਨਾਲ ਤੂੰ ਮੋਹ ਪਾਉਣਾ ਚਾਹੁੰਦਾ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕੂੜਾ ਨੇਹੋ ਲੱਗਾ, ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਇਹ ਤੂੰ ਵਸਤੂਆਂ ਦੇ ਨਾਲ ਬਹੁਤਾ ਮੋਹ ਨਾ ਪਾ, ਤੈਨੂੰ ਉਹ ਵਸਤੂਆਂ ਮੰਗਣੀਆਂ ਚਾਹੀਦੀਆਂ ਜੋ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੂੰ ਉਹ ਦਾਤ ਮੰਗ ਜਿਹਨੇ ਕਦੇ ਡਿਸਟਰੋਏ ਨਹੀਂ ਹੋਣਾ, ਕਿਸੇ ਨੇ ਉਸ ਵਸਤੂ ਨੇ ਫਿਨਾ ਫਿੱਲਾ ਨਹੀਂ ਹੋਣਾ, ਖਤਮ ਨਹੀਂ ਹੋਣਾ, ਆਲਵੇਜ਼ ਹੇਅਰ। ਉਹ ਵਸਤੂ ਦੀ ਮੰਗ ਕਰ, ਨਾਮ ਮੰਗ। ਉਹ ਕਹਿੰਦੇ ਤੂੰ ਨਾਮ ਕਿਉਂ ਨਹੀਂ ਮੰਗਦਾ? ਬੜਾ ਸਮਝਾਇਆ, ਕਹਿੰਦਾ ਨਾ। ਸੱਚੇ ਪਾਤਸ਼ਾਹ ਕਹਿੰਦੇ ਤੀਜਾ ਬਚਨਾ ਹੋਰ ਮੰਗ ਲੈ। ਕੀ ਮੰਗਦਾ? ਕਹਿੰਦਾ ਮਹਾਰਾਜ
ਇਉਂ ਕਰੋ ਮੈਂ ਇੰਨਾ ਚਿਰ ਜਿਉਵਾਂ ਜਿੰਨਾ ਚਿਰ ਮੇਰਾ ਜੀ ਨਾ ਕਰੇ ਮਰਨ ਨੂੰ, ਮੈਂ ਜਿਉਂਦਾ ਹੀ ਰਵਾਂ ਸੰਸਾਰ ਤੇ। ਜਦੋਂ ਮੇਰਾ ਆਪ ਦਾ ਮਨ ਕਰੋ ਵੀ ਹੁਣ ਮੈਂ ਰੱਜ ਗਿਆ ਜਿਉਂ ਜਿਉਂ ਕੇ, ਹੁਣ ਮੈਨੂੰ ਜਾਣਾ ਚਾਹੀਦਾ ਹੈ, ਉਹਨਾਂ ਚਿਰ ਮੈਂ ਜਿਉਂਦਾ ਹੀ ਰਵਾਂ। ਆਪਾਂ ਵਿਚਾਰ ਕਰ ਰਹੇ ਹਾਂ, ਬਹੰਤ ਅਗਾਹਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਣੈ। ਮਹਾਰਾਜ ਕਹਿੰਦੇ ਘਰ ਦੀ ਚਿੰਤਾ ਵਾਸਤੇ, ਘਰ ਦੀ ਮੋਹ ਮਾਇਆ ਵਾਸਤੇ, ਘਰੇ ਵਸਤੂਆਂ ਇਕੱਤਰਤ ਕਰਨ ਦੇ ਵਾਸਤੇ, ਮੇਰੇ ਘਰ ਵਿੱਚ ਆ ਵੀ ਚਾਹੀਦਾ ਹੈ, ਮੇਰੇ ਘਰ ਵਿੱਚ ਆ ਵੀ ਚਾਹੀਦਾ ਹੈ, ਇੰਨੀਆਂ ਕੁ ਵਸਤੂਆਂ ਇਕੱਠੀਆਂ ਕਰ ਲੈਂਦਾ, ਆਪ ਬੈਠਣ ਨੂੰ ਥਾਂ ਨਹੀਂ ਮਿਲਦੀ। ਅਲਮਾਰੀਆਂ 'ਚ ਇੰਨੇ ਕੱਪੜੇ ਤੁੰਨ ਕੇ ਰੱਖੇ ਹੋਏ ਹਨ ਸਾਧ ਸੰਗਤ, ਹਜੇ ਕਹਿੰਦੇ ਮੇਰੇ ਕੋਲ ਕਿਹੜਾ ਕੋਈ ਕੱਪੜਾ ਹੈ। ਜਦੋਂ ਅਲਮਾਰੀ ਖੋਲਦਾ ਕੱਪੜੇ ਉੱਪਰ ਨੂੰ ਡਿੱਗਦੇ ਹਨ, ਫਿਰ ਮੰਗਦਾ। ਆ ਬੀਬੀਆਂ ਦੀ ਅਸੀਂ ਬੜੀ ਵਾਰ ਲੜਾਈ ਇਸ ਤਰ੍ਹਾਂ ਵੀ ਦੇਖਦੇ ਹਾਂ ਕਿ ਜਦੋਂ ਕਿਤੇ ਫੰਕਸ਼ਨ ਤੇ ਵਿਆਹ ਸ਼ਾਦੀ ਤੇ ਜਾਣਾ ਹੁੰਦਾ, ਤੂੰ ਤਾਂ ਜੀ ਮੈਨੂੰ ਕੱਪੜੇ ਲੀੜੇ ਨਹੀਂ ਜੀ ਲੈ ਕੇ ਦਿੰਦਾ, ਮੈਂ ਤਾਂ ਜੀ ਇੱਕ ਸਹੇਲੀ ਦਾ ਸੂਟ ਲੈ ਕੇ ਆਈ ਹਾਂ, ਇਹੀ ਬਸ ਮੈਂ ਆ ਸੇਫਟੀ ਪਿੰਨ ਲਾ ਕੇ ਆਪ ਦੇ ਨਾਪ ਦਾ ਮੇਚ ਦਾ ਕਰਕੇ ਪਾ ਕੇ ਜਾਣਾ। ਤੇ ਜਦੋਂ ਵਿਚਾਰੋ ਅਲਮਾਰੀ ਖੋਲਦੇ ਆਪਣੀ ਸ਼ਰਟ ਰੱਖਣ ਵਾਸਤੇ, ਉੱਥੇ ਥਾਂ ਹੀ ਨਹੀਂ ਹੁੰਦੀ, ਉਹ ਸਾਰਾ ਸੂਟਾਂ ਨਾਲ ਭਰਿਆ ਹੁੰਦਾ। ਤੇ ਜੇ ਕਿਤੇ ਸੱਸ ਸਹੁਰਾ ਵਿਚਾਰੇ 200-400 ਰੁਪਈਆ ਦੇ ਦੇਣ ਵੀ ਆ ਸਾਂਭ ਕੇ ਰੱਖੀ, ਤੇ ਉਧਰ ਮਾਤਾ ਪਿਤਾ ਦੇ ਦੇਣ ਵੀ ਆ ਲੈ ਪੁੱਤ ਸਾਂਭ ਕੇ ਰੱਖੀ, ਔਖੇ ਵੇਲੇ ਕੰਮ ਆਏਗਾ। ਸਾਂਭ ਕੇ ਨਹੀਂ ਰੱਖਣਾ, ਕਦੇ ਸੂਟ ਲੈ ਲੇ, ਕਦੇ ਜੁੱਤੀਆਂ ਲੈ ਲੀਆਂ, ਕਦੇ ਚਾਦਰਾਂ ਲੈ ਲੀਆਂ, ਕਦੇ ਗਲਾਫ ਲੈ ਲੇ। ਇੰਨੀਆਂ ਕੁ ਵਸਤੂਆਂ ਘਰ ਦੇ ਵਿੱਚ ਅਸੀਂ ਦੇਖਦੇ ਹਾਂ। ਇੱਕ ਘਰ ਵਿੱਚ ਅਸੀਂ ਗਏ, ਅਸੀਂ ਉਹਨਾਂ ਨੂੰ ਬੜਾ ਕਿਹਾ ਵੀ ਜਦੋਂ ਤੁਸੀਂ ਘਰ ਬਣਾਓਗੇ ਨਾ, ਵਾਹਿਗੁਰੂ ਜੀ ਦਾ ਘਰ ਸੋਹਣਾ ਬਣਾਇਓ, ਵਾਹਿਗੁਰੂ ਜੀ ਦਾ ਕਮਰਾ ਸੁੰਦਰ ਬਣਾਇਓ, ਇਸ ਤਰ੍ਹਾਂ ਦੇ ਨਾਲ ਸਰੂਪ ਰੱਖਣ ਵਾਸਤੇ, ਇਸ ਤਰ੍ਹਾਂ ਰੈਕ ਬਣਾਇਓ ਪੋਥੀਆਂ ਪ੍ਰਕਾਸ਼ ਰੱਖਣ ਵਾਸਤੇ, ਇਸ ਤਰ੍ਹਾਂ ਛੋਟੀਆਂ ਪੋਥੀਆਂ ਗੁਟਕੇ ਸਾਹਿਬ, ਉਹ ਸਾਰਾ ਅਸੀਂ ਸਮਝਾਤਾ ਉਹਨਾਂ ਨੂੰ, ਬੜੇ ਪ੍ਰੇਮ ਦੇ ਨਾਲ ਸਮਝਾਇਆ, ਨਕਸ਼ਾ ਬਣਾਇਆ ਸੀ, ਸਾਡੇ ਕੋਲ ਲੈ ਕੇ ਆਏ। ਅਸੀਂ ਕਿਹਾ ਚਲੋ ਕਰੋ ਸ਼ੁਰੂ, ਬਣਾਓ। ਤੇ ਜਿੱਦਣ ਉਹ ਕੰਪਲੀਟ ਹੋ ਗਿਆ, ਸਾਰੇ ਦਾ ਸਾਰਾ ਰੈਡੀ ਹੋ ਗਿਆ, ਮੈਨੂੰ ਕਹਿੰਦੇ ਆਓ ਜੀ ਹੁਣ ਪਾ ਦਿਓ ਚਰਨ, ਸਾਡਾ ਘਰ ਮਕਾਨ ਦੇਖੋ। ਅਸੀਂ ਚਲੇ ਗਏ, ਇਹ ਮੈਨੂੰ ਕਹੀ ਜਾਣ ਵੀ ਇਹਨਾਂ ਨੇ ਜੀ ਪੂਜਾ ਰੂਮ ਬਹੁਤ ਸੋਹਣਾ ਬਣਾਇਆ ਹੋਏਗਾ, ਤੁਸੀਂ ਇੰਨਾ ਤੇ ਘੰਟਾ 2 ਘੰਟੇ ਲਾਏ ਸੀ ਨਾ ਵੀ ਪੂਜਾ ਰੂਮ ਵਧੀਆ ਬਣਾਇਓ। ਵੀ ਆਪਾਂ ਪੂਜਾ ਰੂਮ ਜ਼ਰੂਰ ਦੇਖਣਾ। ਤਕੜੇ ਆਦਮੀ ਨੇ ਬੜਾ ਪੈਸਾ ਲਾਇਆ, 40-50 ਲੱਖ ਰੁਪਈਆ ਕੋਠੀ ਤੇ ਲਾਇਆ। ਅਸੀਂ ਜਦੋਂ ਗਏ ਉਹਨਾਂ ਦੇ ਘਰੇ, ਕਹਿੰਦੇ ਜੀ ਆਹ ਕਮਰਾ ਤੁਸੀਂ ਜ਼ਰੂਰ ਦੇਖੋ। ਮੈਂ ਜੋੜਾ ਉਤਾਰਨ ਲੱਗ ਗਿਆ, ਕਹਿੰਦੇ ਨਹੀਂ ਜੋੜਾ ਨਾ ਉਤਾਰੋ, ਤੁਸੀਂ ਏਦਾਂ ਹੀ ਆ ਜਾਓ। ਮੈਂ ਕਿਹਾ ਇੰਨਾ ਸੋਹਣਾ ਚਮਕਦਾ ਲੱਗਦਾ ਵੀ ਬਾਬਾ ਜੀ ਦੇ ਸਰੂਪ ਲੱਗੇ ਹੋਣਗੇ, ਤੁਸੀਂ ਪਹਿਲਾ ਦੂਜਾ ਭਾਗ ਪੋਥੀਆਂ ਰੱਖੀਆਂ ਹੋਣਗੀਆਂ, ਸੈਂਚੀਆਂ, ਗੁਟਕਾ ਸਾਹਿਬ। ਕਹਿੰਦਾ ਨਹੀਂ ਜੀ ਅਸੀਂ 4 ਲੱਖ ਰੁਪਈਆ ਵਾਸ਼ਰੂਮ ਤੇ ਹੀ ਲਾਤਾ, ਤੁਸੀਂ ਸਾਡਾ ਪਹਿਲਾਂ ਵਾਸ਼ਰੂਮ ਦੇਖੋ, ਅਸੀਂ ਕਿੰਨਾ ਅਸੀਂ ਸੋਚਦੇ ਹਾਂ ਪੋਥੀਆਂ ਰੱਖਣ ਵਾਲਾ ਕਮਰਾ ਬਣਾਇਆ ਹੋਊਗਾ। ਜਦੋਂ ਅਸੀਂ ਪੋਥੀਆਂ ਵਾਲੇ ਕਮਰੇ 'ਚ ਜਾ ਕੇ ਦੇਖਿਆ, ਇੱਕ ਟੇਬਲ ਤੇ ਇੱਕ ਕੱਪੜਾ ਜਿਹਾ ਵਿਛਾਇਆ ਹੋਇਆ, ਉਹਦੇ ਤੇ ਪੋਥੀਆਂ ਰੱਖੀਆਂ, ਉਹਦੇ ਉੱਤੇ ਫਿਰ ਇੱਕ ਸਰੋਪਾ ਜਿਹੜਾ ਆਪਾਂ ਨੂੰ ਮਿਲਦਾ। ਉਹ ਮੈਂ ਕਿਹਾ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਪੂਜਾ ਰੂਮ ਅੱਛਾ ਬਣਾਇਓ। ਕਹਿੰਦੇ ਓਹੋ ਬਾਬਾ ਜੀ ਉਹ ਤਾਂ ਭੁੱਲ ਹੀ ਗਏ, ਅਸੀਂ ਤੁਸੀਂ ਪੂਜਾ ਰੂਮ ਵਾਸਤੇ ਸਾਨੂੰ ਗਾਈਡ ਕੀਤਾ ਸੀ, ਅਸੀਂ ਤਾਂ 4-5 ਲੱਖ ਰੁਪਇਆ ਵਾਸ਼ਰੂਮ ਤੇ ਲਗਾ ਦਿੱਤਾ। ਲੈ ਦੇਖੋ ਸੰਤਾਂ ਨੂੰ ਵਾਸ਼ਰੂਮ ਦਿਖਾਉਂਦੇ ਫਿਰਦੇ ਆ। ਤੇ ਜਦੋਂ ਪੂਜਾ ਰੂਮ ਦੀ ਗੱਲ ਕਰੀਏ, ਕਹਿੰਦੇ ਫਿਰ ਜਿਹੜੇ ਮਿਸਤਰੀ ਹੁੰਦੇ ਨੇ ਪਤਾ ਕੀ ਕਹਿੰਦੇ ਨੇ, ਇਸ ਪਾਸੇ ਨੂੰ ਕਾਣ ਜੀ ਆਉਂਦੀ ਹੈ, ਕਮਰਾ ਚੌਰਸ ਨਹੀਂ ਬਣਦਾ, ਜੇ ਤੁਸੀਂ ਕਹੋ ਤੇ ਇੱਧਰ ਪੂਜਾ ਰੂਮ ਕੱਢ ਦਈਏ। ਇਹੋ ਜਿਹੇ ਘਰ ਵੀ ਦੇਖੇ ਨੇ ਜਿੱਥੇ ਸਭ ਤੋਂ ਵੱਧ ਸੇਕ ਪੈਂਦਾ, ਹੀਟ ਹੁੰਦੀ ਘਰ ਦੇ ਵਿੱਚ, ਤੇ ਉਹ ਇਧਰਲੇ ਪਾਸਿਓਂ ਕੋਈ ਖੂੰਜਾ ਨਹੀਂ ਬਚਦਾ, ਤੇ ਇਧਰਲੇ ਪਾਸੇ ਨੂੰ ਇੰਨਾ ਚੌੜਾ ਜਿਹਾ ਹੁੰਦਾ ਹੈ, ਨਾ ਕਿਸੇ ਢੰਗ ਸਿਰ ਬੈਠਿਆ ਜਾਏ, ਨਾ ਨਮਸਕਾਰ ਕੀਤੀ ਜਾਏ। ਉਹ ਵਾਧੂ ਜਗ੍ਹਾ ਪੂਜਾ ਰੂਮ ਵਿੱਚ ਕੱਢ ਦਿੰਦੇ ਹਨ। ਸੋ ਅਸੀਂ ਕਹਿ ਰਹੇ ਸਾਂ ਕਿ ਆਪਣੇ ਘਰ ਗ੍ਰਸਤ ਵਾਸਤੇ, ਆਪਣੇ ਬੱਚਿਆਂ ਵਾਸਤੇ, ਆਪਣੇ ਪਰਿਵਾਰਾਂ ਵਾਸਤੇ ਅਸੀਂ ਮਰ ਕੇ ਖੱਪ ਕੇ ਕਮਾਈਆਂ ਕਰਦੇ ਹਾਂ। ਵਾਹਿਗੁਰੂ ਵਾਸਤੇ ਟਾਈਮ ਹੀ ਨਹੀਂ, ਨਾਮ ਸਿਮਰਨ ਵਾਸਤੇ ਟਾਈਮ ਹੀ ਨਹੀਂ। ਏਡੀ ਵੱਡੀ ਕੋਠੀ ਬਣਾ ਲਈ, ਪੂਜਾ ਰੂਮ ਬਣਾਇਆ ਹੀ ਨਹੀਂ। ਵਾਹਿਗੁਰੂ ਜੀ ਨੇ ਏਡਾ ਵੱਡਾ ਘਰ ਦਿੱਤਾ। ਵਾਹਿਗੁਰੂ ਜੀ, ਚਾਹੇ ਵਾਹਿਗੁਰੂ ਤਾਂ ਸਾਰੇ ਕਿਤੇ ਰਹਿੰਦੇ ਨੇ, ਇਹ ਆਪਣੇ ਕਹੇ ਤੇ ਉਹਨੇ ਬਾਹਰ ਨਹੀਂ ਨਿਕਲ ਜਾਣਾ, ਆਪਣੇ ਕਹੇ ਤੇ ਉਹਨੇ ਆ ਨਹੀਂ ਜਾਣਾ। ਇਹ ਤਾਂ ਇੱਕ ਸਾਡੀ ਭਾਵਨਾ ਹੈ ਨਾ, ਜਿਸ ਸੱਚੇ ਪਾਤਸ਼ਾਹ ਨੇ ਏਡਾ ਮਕਾਨ ਦਿੱਤਾ,
ਸੱਚੇ ਪਾਤਸ਼ਾਹ ਦਾ ਵੀ ਤਾਂ ਕਮਰਾ ਹੋਣਾ ਚਾਹੀਦਾ ਹੈ, ਪਰ ਸੱਚੇ ਪਾਤਸ਼ਾਹ ਦਾ ਕਮਰਾ ਤਕੋਣਾ ਜਿਹਾ ਕੱਢ ਕੇ ਸਾਈਡ ਤੇ ਰੱਖ ਦਿੱਤਾ। ਇੱਕ ਦੋ ਘਰ ਸਾਨੂੰ ਐਸੇ ਵੀ ਦਿਖੇ, ਕਹਿੰਦੇ ਜੀ ਇੱਧਰ ਅਸੀਂ ਵਾਸ਼ਰੂਮ ਬਣਾਇਆ ਸੀ ਤੇ ਸਾਰੇ ਜਾਣੇ ਕਹਿੰਦੇ ਛੋਟਾ ਰਹਿ ਗਿਆ, ਹੁਣ ਅਸੀਂ ਜੀ ਇਹ ਪੂਜਾ ਰੂਮ ਬਣਾਤਾ ਤੇ ਵਾਸ਼ਰੂਮ ਉਧਰ ਵਾਲੇ ਕਮਰੇ ਦਾ ਬਣਾਤਾ। ਇਸ ਤਰ੍ਹਾਂ ਦੇ ਤੁਸੀਂ ਵੀ ਦੇਖੇ ਹੋਣਗੇ ਕਈ ਘਰ। ਸੋ ਅਸੀਂ ਕਹਿ ਰਹੇ ਸਾਂ, ਬਹੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਣੈ। ਗ੍ਰਹਿ ਦੀ ਚਿੰਤਾ ਇੰਨੀ ਜ਼ਿਆਦਾ ਕਰਦਾ ਹੈ, ਸਾਰਾ ਦਿਨ ਮਰ ਮਰ ਕੇ ਕਮਾਈ ਕਰਦਾ ਹੈ, ਆਪ ਨਹੀਂ ਸਕਦਾ, ਘਰਦਿਆਂ ਦੇ ਵਾਸਤੇ ਵਸਤੂਆਂ ਲੈ ਕੇ ਜਾਂਦਾ ਹੈ। ਕਈ ਪ੍ਰੇਮੀ ਅਸੀਂ ਐਸੇ ਦੇਖੇ ਹਨ, ਸਾਰਾ ਦਿਨ ਮਿਹਨਤ ਕਰਦਾ ਹੈ, ਮਿਹਨਤ ਕਰਦਾ ਕਰਦਾ ਕਰਦਾ, ਉਹਨੂੰ ਨਾ ਚੱਕੋ ਇੱਧਰ ਆ ਜਾਓ ਤੇ ਜਗ੍ਹਾ ਖਾਲੀ ਪਈ। ਹੁਣ ਮਿਹਨਤ ਕਰਦਾ ਕਰਦਾ ਸਾਰਾ ਦਿਨ ਭੁੱਖਾ ਪਿਆਸਾ ਮਿਹਨਤ ਕਰੀ ਜਾਂਦਾ ਹੈ, ਬਾਹਰ ਇੱਕ ਗਲਾਸ ਜੂਸ ਦਾ ਵੀ ਨਹੀਂ ਪੀਂਦਾ ਤੇ ਘਰ ਨੂੰ ਆਉਣ ਵੇਲੇ ਜਵਾਕਾਂ ਵਾਸਤੇ ਅਨੇਕਾਂ ਵਸਤੂਆਂ ਲੈ ਕੇ ਆਉਂਦਾ ਹੈ। ਆਪ ਨਹੀਂ ਸਕਦਾ ਕੁਝ ਵੀ, 5 10 20 30 ਰੁਪਏ ਆਪਦੇ ਵਾਸਤੇ ਨਹੀਂ ਖਰਚਦਾ ਤੇ ਜਵਾਕ ਐਸੇ ਦੇਖੀਦੇ ਨੇ, ਘਰੇ ਸਮਾਨ ਪਿਆ ਸੜ ਜਾਂਦਾ ਹੈ, ਫਲ ਫਰੂਟ ਗਲ ਜਾਂਦੇ ਨੇ, ਨਾ ਉਹ ਆਪ ਖਾਂਦੇ ਨੇ ਤੇ ਨਾ ਉਹਨੂੰ ਦਿੰਦੇ ਨੇ ਜਿਹੜਾ ਲੈ ਕੇ ਆਇਆ ਹੈ। ਇਹ ਬਹੁਤੇ ਘਰਾਂ ਦਾ ਹਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ। ਇੱਥੇ ਹੀ ਬਸ ਨਹੀਂ, ਭਾਈ ਦੋਦਾ ਕਹਿੰਦਾ ਮਹਾਰਾਜ ਦਇਆ ਕਰੋ, ਇੱਕ ਤਾਂ ਮੇਰੇ ਕੋਲ 100 ਮੱਝਾਂ ਹੋ ਜਾਣ, ਇੱਕ ਜਿੱਥੋਂ ਤੱਕ ਵੀ ਮੇਰੀ ਦ੍ਰਿਸ਼ਟੀ ਜਾਂਦੀ ਹੈ ਜ਼ਮੀਨ ਮੇਰੀ ਹੋ ਜਾਏ, ਕਿਸੇ ਦੇ ਨਾਲ ਮੇਰਾ ਇੰਟਰਫੇਰੈਂਸ ਨਾ ਰਹਿ ਜਾਏ। ਤੀਜੇ ਨੰਬਰ ਤੇ ਮੈਂ ਮਰਾਂ ਨਾ। ਸੱਚੇ ਪਾਤਸ਼ਾਹ ਕਹਿੰਦੇ ਮਰਨਾ ਤਾਂ ਪੈਣਾ ਹੈ, ਕਹਿੰਦਾ ਚੰਗਾ ਫਿਰ ਮੈਂ ਆਪਣੀ ਮਰਜ਼ੀ ਨਾਲ ਮਰਾਂ। ਜਿੱਦਣ ਮੈਂ ਜਿਉਣ ਤੋਂ ਰੱਜ ਗਿਆ ਵੀ ਮੈਂ ਬਹੁਤ ਜਿਉ ਲਿਆ, ਹੁਣ ਮੈਨੂੰ ਮਰ ਜਾਣਾ ਚਾਹੀਦਾ, ਮੈਂ ਉਦੋਂ ਮਰਾਂ, ਉਹਨਾਂ ਚਿਰ ਮੈਂ ਜਿਉਂਦਾ ਹੀ ਰਵਾਂ। ਸੱਚੇ ਪਾਤਸ਼ਾਹ ਕਹਿੰਦੇ ਠੀਕ ਹੈ ਭਾਈ, ਜਦੋਂ ਤੇਰਾ ਮਨ ਕਰੇਗਾ, ਫਿਰ ਜਿਸ ਵੇਲੇ ਤੂੰ ਜਾਣਾ ਹੋਵੇਗਾ ਸੰਸਾਰ ਤੋਂ, ਅਸੀਂ ਵੀ ਜਿਸ ਵੀ ਰੂਪ ਵਿੱਚ ਹੋਵਾਂਗੇ, ਗੁਰਤਾ ਗੁਰਗੱਦੀ ਤੇ ਸੁਭਾਏਮਾਨ ਹੋਵਾਂਗੇ, ਆ ਕੇ ਸਾਡੇ ਦਰਸ਼ਨ ਦੀਦਾਰ ਕਰ ਲਈ ਔਰ ਤੂੰ ਆਪਣੇ ਸਰੀਰ ਦਾ ਪਰਿਤਿਆਗ ਕਰ ਲਵੇਂਗਾ। ਇੱਥੋਂ ਸਮਾਂ ਅੱਗੇ ਚੱਲਦਾ ਗਿਆ। ਸੱਚੇ ਪਾਤਸ਼ਾਹ ਆਪਣੇ ਵਰਗੇ ਪਾਪੀ ਜੀਵਾਂ ਨੂੰ, ਸਾਡੇ ਵਰਗੇ ਪਾਪੀ ਜੀਵਾਂ ਨੂੰ ਤਾਰਦੇ ਪਤਾ ਨਹੀਂ ਕਿੰਨੀ ਕੁ ਦੁਨੀਆ ਦਾ ਭਲਾ ਕਰਦੇ ਕਰਦੇ, ਕਿਹੜੀ ਧਰਤੀ ਨੂੰ ਪਵਿੱਤਰ ਕਰਦੇ ਹੋਏ ਆਪਣੀਆਂ ਯਾਤਰਾਵਾਂ ਉਦਾਸੀਆਂ ਦੇ ਉੱਤੇ ਜਾ ਰਹੇ ਹਨ। ਪਹਿਲੇ ਪਾਤਸ਼ਾਹ ਸਰੀਰ ਓਲੇ ਕਰ ਗਏ, ਜੋਤ ਦੂਸਰੇ ਪਾਤਸ਼ਾਹ 'ਚ ਰੱਖ ਗਏ, ਫਿਰ ਤੀਸਰਿਆਂ 'ਚ, ਫਿਰ ਚੌਥੇ ਪੰਜਵੇਂ ਛੇਵਿਆਂ 'ਚ। ਛੇਵੇਂ ਪਾਤਸ਼ਾਹ ਜੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਵਾ ਰਹੇ ਸਨ। ਇੱਧਰ ਦੋਦਾ ਹਜੇ ਜਿਉਂਦਾ ਹੀ ਹੈ, 6 ਪਾਤਸ਼ਾਹੀਆਂ ਤੱਕ ਜਿਉਂਦਾ ਹੈ, ਹਜੇ 150 ਸਾਲ ਦੀ ਉਮਰ ਹੋ ਚੁੱਕੀ ਹੈ। ਅੱਜ ਕੀ ਹੋਇਆ, ਜਦੋਂ ਵੀ ਕੋਈ, ਪਹਿਲਾਂ ਇਸਨੇ ਆਪਣੇ ਬੇਟੇ ਵਿਆਹੇ, ਜਦੋਂ ਵੀ ਬੇਟਾ ਵਿਆਹ ਕੇ ਆਇਆ ਮੱਥਾ ਟੇਕਦਾ, ਇਹ ਤੇਰਾ ਪਿਤਾ ਜੀ ਹੈ, ਮੱਥਾ ਟੇਕ। ਉਹ ਆਪਦੀ ਉਮਰ ਭੋਗ ਕੇ ਚਲਿਆ ਗਿਆ। ਜਦੋਂ ਉਹਨੇ ਆਪਦਾ ਬੇਟਾ ਵਿਆਹਿਆ ਸੀ, ਉਸ ਨੂੰਹ ਨੂੰ ਲਿਆ ਕੇ ਮੱਥਾ ਟਿਕਵਾਇਆ, ਇਹ ਤੇਰਾ ਬਾਪੂ ਜੀ ਹੈ, ਇਹਨੂੰ ਮੱਥਾ ਟੇਕ। ਉਹ ਆਪਦੀ ਉਮਰ ਭੋਗ ਕੇ ਚਲਿਆ ਗਿਆ। ਉਸ ਦਾ ਬੇਟਾ ਆਇਆ। ਇਸ ਤਰ੍ਹਾਂ ਬੱਚੇ ਅੱਗੇ ਤੋਂ ਅੱਗੇ, ਹੁਣ 7ਵੀਂ ਥਾਂ ਚੱਲ ਰਹੀ ਹੈ ਉਹਨਾਂ ਬੱਚਿਆਂ ਦੀ। ਆਉਂਦੇ ਹਨ, ਬੱਚਿਆਂ ਨੂੰ ਨਮਸਕਾਰ ਕਰਾਉਂਦੇ ਹਨ, ਦੱਸਦੇ ਹਨ ਇਹ ਤੇਰਾ ਚਾਚਾ ਹੈ, ਇਹ ਤੇਰਾ ਮਾਮਾ ਹੈ, ਇਹ ਤੇਰਾ ਮਾਸੜ ਹੈ। ਜਦੋਂ ਦੋਦੇ ਦੀ ਵਾਰੀ ਆਉਂਦੀ, ਹੁਣ 150 ਸਾਲ ਦਾ ਤੁਰਿਆ ਜਾਂਦਾ ਨਹੀਂ, ਇੱਕ ਸਾਈਡ ਤੇ ਬੈਠਾ, ਨਾਮ ਜਪਿਆ ਨਹੀਂ, ਹੁਣ ਕਹਿ ਦਿੰਦੇ ਨੇ ਇਸ ਬਜ਼ੁਰਗ ਨੂੰ ਵੀ ਮੱਥਾ ਟੇਕ ਲਓ, ਇਸ ਬਜ਼ੁਰਗ ਨੂੰ ਵੀ ਮੱਥਾ ਟੇਕ ਲਓ। ਜ਼ਮੀਨ ਜਾਇਦਾਦ ਬਹੁਤ ਹੈ, 100 150 ਮੱਝਾਂ ਰੱਖੀਆਂ ਹੋਈਆਂ ਹਨ, ਕੰਮ ਅੱਵਲ ਦਰਜੇ ਤੇ ਹੈ। ਅੱਜ ਉਹ ਸਮਾਂ ਆਇਆ ਜਦੋਂ 7ਵੀਂ ਥਾਂ ਤੇ ਲੜਕੀ ਵਿਆਹ ਕੇ ਆਈ ਇਸ ਘਰ ਦੇ ਵਿੱਚ, ਸਭ ਨੂੰ ਮੱਥਾ ਟੇਕਿਆ, ਤੇਰੀ ਸੱਸ ਹੈ, ਆ ਤੇਰਾ ਸਹੁਰਾ ਹੈ, ਸਭ ਦੇ ਬਾਰੇ ਦੱਸਦਿਆਂ ਜਦੋਂ ਭਾਈ ਦੋਦੇ ਦੀ ਵਾਰੀ ਆਈ ਤਾਂ ਇਹ ਨਵੀਂ ਵਿਆਹੀ ਲੜਕੀ ਦੀ ਸੱਸ ਕਹਿੰਦੀ ਐ ਬੁੜੇ ਨੂੰ ਵੀ ਮੱਥਾ ਟੇਕ ਦੇ। ਹੁਣ ਉਹ ਅੱਖਾਂ ਉੱਪਰ ਚੁੱਕ ਕੇ ਦੇਖਦਾ ਹੈ ਵੀ ਮੈਨੂੰ ਇਹਨੇ ਬਾਪੂ ਜੀ ਕਿਹਾ ਹੀ ਨਹੀਂ, ਇਹਨਾਂ ਵਾਸਤੇ ਮੈਂ ਸੱਚੇ ਪਾਤਸ਼ਾਹ ਤੋਂ ਨਾਮ ਨਹੀਂ ਮੰਗਿਆ, ਮੱਝਾਂ ਮੰਗਦਾ ਰਹਿ ਗਿਆ, ਖੇਤੀ ਮੰਗਦਾ ਰਹਿ ਗਿਆ, ਜ਼ਮੀਨ ਮੰਗਦਾ ਰਹਿ ਗਿਆ, ਆਪਦੀ ਉਮਰ ਮੰਗਦਾ ਰਹਿ ਗਿਆ, ਪਰ ਇਹ ਮੈਨੂੰ ਕੀ ਕਹਿੰਦੀ, ਇਹ ਬੁੱਢੇ ਨੂੰ ਵੀ ਮੱਥਾ ਟੇਕ ਦੇ।
ਹੁਣ ਨਵੀਂ ਵਿਆਹੀ ਲੜਕੀ ਪੁੱਛਦੀ ਹੈ, ਬੇਬੇ ਜੀ ਇਹ ਬੁੱਢਾ ਹੈ ਕੌਣ? ਕਹਿੰਦੀ ਮੈਨੂੰ ਨਹੀਂ ਧੀਏ ਪਤਾ ਕੌਣ ਹੈ, ਜਦੋਂ ਮੈਂ ਵਿਆਹ ਕੇ ਆਈ ਸੀ ਉਦੋਂ ਵੀ ਇਦਾਂ ਹੀ ਬੈਠਾ ਸੀ। ਕਹਿੰਦੀ ਫਿਰ ਤੁਹਾਨੂੰ ਨੇ ਦੱਸਿਆ ਤੁਹਾਡੀ ਸੱਸ ਨੇ? ਕਹਿੰਦੀ ਉਹ ਕਹਿੰਦੀ ਸੀ ਜਦੋਂ ਮੈਂ ਵਿਆਹ ਕੇ ਆਈ ਸੀ ਬੁੱਢੜਾ ਉਦੋਂ ਦਾ ਵੀ ਇਦਾਂ ਹੀ ਬੈਠਾ ਹੈ, ਇਹ ਇਦਾਂ ਹੀ ਬੈਠਾ ਹੈ, ਜਾਂਦਾ ਹੀ ਨਹੀਂ। ਪਤਾ ਨਹੀਂ ਕਿੰਨੇ ਕੁ ਕਿੱਲੇ ਗੱਡੇ ਇਸ ਦੇ, ਇਹ ਮਰਨ ਦਾ ਨਾਮ ਹੀ ਨਹੀਂ ਲੈਂਦਾ। ਅਸੀਂ ਕਿੰਨੇ ਹੋ ਕੇ ਚਲੇ ਗਏ, ਮੇਰੇ ਤੋਂ ਅੱਗੇ ਪਤਾ ਨਹੀਂ ਕਿੰਨੇ ਕੁ ਚਲੇ ਗਏ, ਭਾਈ ਤੂੰ ਵੀ ਆ ਗਈ, ਇਹ ਬੁੱਢੜਾ ਹਜੇ ਵੀ ਬੈਠੇ ਦਾ ਬੈਠਾ। ਅੱਜ ਕੱਲ ਕਹਿੰਦੇ ਨਹੀਂ, ਜਦੋਂ ਕੋਈ ਤੁਸੀਂ ਨਾਟਕ ਸੀਰੀਅਲ ਦੇਖਦੇ ਹੋ, ਜੇ ਕੋਈ ਬਜ਼ੁਰਗ ਕਮਰੇ ਵਿੱਚ ਬੈਠਾ ਕੋਈ ਵਸਤੂ ਮੰਗ ਲਏ ਜਾਂ ਖੰਘ ਲਏ ਤਾਂ ਉਸ ਨੂੰ ਬੱਚੇ ਕਹਿਣਗੇ ਬਾਪੂ ਤੂੰ ਉਧਰਲੇ ਕਮਰੇ 'ਚ ਰਿਹਾ ਕਰ, ਆ ਜੋ ਸੀਰੀਅਲ ਚੱਲਦਾ ਫਿਲਮਾਂ ਚੱਲਦੀਆਂ ਤੂੰ ਸਾਨੂੰ ਅੱਛੇ ਤਰੀਕੇ ਸਿਰ ਸੁਣਨ ਨਹੀਂ ਦਿੰਦਾ, ਅੱਛੇ ਤਰੀਕੇ ਸਿਰ ਦੇਖਣ ਨਹੀਂ ਦਿੰਦਾ, ਤੂੰ ਤਾਂ ਐਵੇਂ ਵਿੱਚ ਬੋਲੀ ਜਾਂਦਾ ਹੁੰਨਾ, ਤੂੰ ਉਧਰਲੇ ਕਮਰੇ 'ਚ ਰਿਹਾ ਕਰ, ਸਾਡੇ ਪਾਸ ਨਾ ਆਇਆ ਕਰ। ਅੱਜ ਦਾ ਜ਼ਮਾਨਾ ਹਜੇ ਤਾਂ ਆਪ ਦੀ ਜਵਾਕ ਨੇ, ਜੇ ਕਿਤੇ ਦੋਧੇ ਵਾਂਗੂ ਹੋਈਏ ਕੋਈ ਪੁੱਛੇ ਨਾ ਸਾਨੂੰ। ਜੇ ਸਾਡੇ ਲਾਇਕ ਹੁੰਦੇ ਬਿਰਧ ਆਸ਼ਰਮ ਕਿਉਂ ਖੁੱਲਦੇ ਭਾਈ, ਅਨਾਥ ਆਸ਼ਰਮ ਕਿਉਂ ਖੁੱਲਦੇ? ਜੇ ਹੁਣ ਹੋਈ ਇਹੋ ਜੇ ਗਏ ਆਪਦੇ ਮਾਤਾ ਪਿਤਾ ਦਾ ਨਾ ਸਤਿਕਾਰ ਕਰਨ ਵਾਲੇ, ਤਾਂ ਹੀ ਬਿਰਧ ਆਸ਼ਰਮ ਖੁੱਲੇ ਨੇ। ਕਿਸੇ ਬੱਚੇ ਨਾਲ ਗੱਲ ਕਰ ਲੋ, ਤੂੰ ਸਵੇਰੇ ਉੱਠ ਕੇ ਕਦੇ ਪੁੱਛਦਾ ਕਿ ਤੇਰੇ ਮਾਤਾ ਪਿਤਾ ਦੀ ਸਿਹਤ ਠੀਕ ਹੈ? ਉਹ ਕਹਿਣਗੇ ਨਾ ਜੀ। ਕੋਲ ਬੈਠੇ ਹੋਣਗੇ ਮਾਂ ਪਿਓ ਦੇ, ਹੱਥ ਵਿੱਚ ਆ ਮੋਬਾਈਲ ਹੋਏਗਾ, ਦੂਰ ਜਿਹੜੇ ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦੇ ਨੇ ਉਹਨਾਂ ਨੂੰ ਕਹਿਣਗੇ ਗੁੱਡ ਮਾਰਨਿੰਗ ਡਾਰਲਿੰਗ। ਜਿਹੜੇ ਨਾਲ ਬੇਬੇ ਬਾਪੂ ਬੈਠੇ ਨੇ ਉਹਨੂੰ ਨਹੀਂ ਕਹਿੰਦੇ ਬਾਪੂ ਮੱਥਾ ਟੇਕਦਾ, ਬੇਬੇ ਮੱਥਾ ਟੇਕਦਾ, ਉਹਨੂੰ ਨਹੀਂ ਕਹਿੰਦੇ। ਉਹਨੇ ਨਾਲੇ ਸਾਥ ਵੀ ਨਹੀਂ ਦੇਣਾ ਹੁੰਦਾ ਕਈ ਵਾਰੀ, ਉਹ ਕਈ ਵਾਰੀ ਕੋਈ ਹੋਰ ਹੀ ਫੈਮਿਲੀ ਹੁੰਦੀ ਹੈ, ਕਈ ਵਾਰੀ ਅਸੀਂ ਜਾਣਦੇ ਵੀ ਨਹੀਂ ਹੁੰਦੇ, ਉਹਨੂੰ ਅਸੀਂ ਦਿਲੋਂ ਪਿਆਰ ਦੇ ਨਾਲ ਕਹਿੰਦੇ ਹਾਂ। ਪਰ ਜਿਨ੍ਹਾਂ ਦੀ ਸੇਵਾ ਕਰਨ ਦਾ ਹੁਕਮ ਸਾਨੂੰ ਵਾਹਿਗੁਰੂ ਜੀ ਨੇ ਦਿੱਤਾ, ਉਹਨੂੰ ਅਸੀਂ ਕਦੇ ਵੀ ਸਵੇਰੇ ਉੱਠ ਕੇ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦੇ। ਜੇ ਕੋਈ ਬੁਲਾਉਂਦੇ ਤਾਂ ਤੁਸੀਂ ਦੱਸ ਸਕਦੇ ਹੋ ਸਾਨੂੰ ਵੀ ਹਾਂਜੀ ਮੈਂ ਬੁਲਾਉਣਾ ਜੀ ਸਵੇਰੇ ਉੱਠ ਕੇ। ਸ਼ਾਮ ਨੂੰ ਸੌਣ ਲੱਗਿਆਂ ਦੇ ਮੈਂ ਪੈਰੀ ਹੱਥ ਲਾਉਣਾ, ਦੱਸੋ ਕਿਹੜਾ ਲਾਉਂਦਾ? ਕੋਲ ਬੈਠੇ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦੇ। ਸਵੇਰੇ ਜਦੋਂ ਅੱਖ ਖੁੱਲ ਗਈ ਨਾ 4-5 ਵਜੇ ਤੋਂ ਬਾਅਦ, ਵਾਹਿਗੁਰੂ ਨਹੀਂ ਕਹਿਣਾ, ਪਹਿਲਾਂ ਸਿਰਹਾਣੇ ਥੱਲੇ ਮੋਬਾਈਲ ਕੱਢਣਗੇ, ਪਹਿਲਾਂ ਮੈਸੇਜਾਂ ਤੇ ਦੇ ਦੱਬ, ਕਿੰਨਾ ਨੇ ਤੈਨੂੰ ਭੇਜਿਆ, ਤੂੰ ਕਿੰਨਾਂ ਨੂੰ ਭੇਜਦੇ, ਆਹੀ ਕੁਛ ਚੱਲਦਾ ਹੈ। ਵਾਹਿਗੁਰੂ ਦਾ ਨਾਮ ਤਾਂ ਕੋਈ ਲੈਣ ਨੂੰ ਤਿਆਰ ਨਹੀਂ ਹੈ। ਜ਼ਮਾਨਾ ਐਸਾ ਆ ਗਿਆ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਹੁਣ ਸਪੀਕਰ ਬੰਦ ਕਰਾਉਣ ਨੂੰ ਲੋਕੀ ਕੇਸ ਕਰਦੇ ਨੇ, DSP ਦੇ ਸਾਈਨ ਕਰਾ ਕੇ ਲੈ ਕੇ ਆਉਂਦੇ ਨੇ, ਮਿਊਨਿਸਪਲ ਕਮੇਟੀ ਦੇ ਸਾਈਨ ਕਰਾ ਕੇ। ਸਪੀਕਰ ਨਹੀਂ ਜੀ ਚੱਲਣਾ ਚਾਹੀਦਾ, ਸਪੀਕਰ ਬੰਦ ਹੋਣਾ ਚਾਹੀਦਾ। ਬਾਬੇ ਸਵੇਰੇ ਸਵੇਰੇ ਲੱਗ ਜਾਂਦੇ ਐ, ਸਾਡੇ ਜਵਾਕਾਂ ਦੀ ਪੜ੍ਹਾਈ ਖਰਾਬ ਹੁੰਦੀ। ਮੈਂ ਕਹਿਣਾ ਬਾਬਾ ਜੀ 4 ਵਜੇ ਗੁਰਦੁਆਰਾ ਸਾਹਿਬ ਲੱਗਦੇ ਨੇ, 4:30 ਲੱਗਦੇ ਹੋਣਗੇ, 5:30 ਤੋਂ 5:45 ਦੇ ਵਿੱਚ ਨਿਤਨੇਮ ਹੋ ਜਾਂਦਾ ਹੈ। ਦੱਸੋ ਕਿਹਦਾ ਜਵਾਕ 4:30 ਵਜੇ ਉੱਠ ਕੇ ਪੜ੍ਹਦਾ ਹੈ? ਇਹ ਤਾਂ ਬਹਾਨੇ ਨੇ। ਪਹਿਲਾਂ ਪੜ੍ਹਦੇ ਨਹੀਂ ਸੀ ਹੁੰਦੇ, ਹੁਣ ਸੁਣਨਾ ਵੀ ਪਸੰਦ ਨਹੀਂ ਕਰਦੇ ਪਾਠ। ਪਹਿਲਾਂ ਪੜ੍ਹਦੇ ਨਹੀਂ ਸੀ, ਪਹਿਲਾਂ ਪੜ੍ਹਨਾ ਛੱਡਿਆ, ਹੁਣ ਸੁਣਨਾ ਵੀ ਬੰਦ ਕਰ ਦਿੱਤਾ। ਕਹਿੰਦੇ ਜੀ ਸਾਡੇ ਘਰਾਂ 'ਚ ਗੁਰਬਾਣੀ ਚੱਲਦੀ। ਮੈਂ ਪੁੱਛਦਾ ਜਿਹਦੇ ਜਿਹਦੇ ਘਰਾਂ 'ਚ ਗੁਰਬਾਣੀ ਚੱਲਦੀ ਤੁਸੀਂ ਲਾਉਂਦੇ ਹੋ, ਕਿੰਨਾ ਕੁ ਚੌਂਕੜਾ ਮਾਰ ਕੇ ਕੋਲ ਬੈਠ ਕੇ ਸੁਣਦੇ ਹੋ? ਸੀਰੀਅਲ ਤੁਸੀਂ ਸਾਰਾ ਪਰਿਵਾਰ ਬਹਿ ਕੇ ਦੇਖਦੇ ਹੋ, ਜਿਹੜੇ ਗੀਤ ਤੁਸੀਂ ਸੁਣਦੇ ਹੋ ਸਾਰਾ ਪਰਿਵਾਰ ਬਹਿ ਕੇ ਸੁਣਦੇ ਹੋ, ਫਿਲਮਾਂ ਤੁਸੀਂ ਇਕੱਠੇ ਬਹਿ ਕੇ ਦੇਖਦੇ ਹੋ। ਜਦੋਂ ਗੁਰਬਾਣੀ ਚੱਲਦੀ ਸੁੱਚ ਦੱਬ ਕੇ ਇੱਕਦਮ ਬਾਹਰ ਨੂੰ ਭੱਜ ਜਾਂਦੇ ਹੋ। ਕੌਣ ਬਹਿ ਕੇ ਰਹਿਰਾਸ ਸਾਹਿਬ ਦਾ ਪਾਠ ਅੰਮ੍ਰਿਤਸਰ ਤੋਂ ਜਿਹੜਾ ਆਉਂਦਾ ਸੁਣਦੇ ਆ? ਕੋਈ ਨਹੀਂ ਸੁਣਦਾ। ਇਹ ਸਭ ਸਾਡੇ ਟਕਵੰਜ ਨੇ ਕਿ ਸਾਡੇ ਘਰੇ ਰੋਜ਼ ਗੁਰਬਾਣੀ ਚੱਲਦੀ, ਰੋਜ਼ ਗੁਰਬਾਣੀ ਚੱਲਦੀ। ਸੁਣਦੇ ਤਾਂ ਹੈ ਨਹੀਂ, ਕੰਮ ਤਾਂ ਸਾਡੇ ਆਪ ਦੇ ਇੰਨੇ ਜ਼ਿਆਦਾ ਨੇ। ਸੋ ਐਵੇਂ ਕਿਵੇਂ ਹੁਣ ਉਹਦੇ ਮਨ ਵਿੱਚ ਇਹ ਖਿਆਲ ਆ ਗਿਆ, ਉਹ ਮਨਾ ਭਾਈ ਮਰਦਾਨਾ ਜੀ ਸੱਚ ਕਹਿੰਦੇ ਸੀ, ਉਹ ਮੇਰੇ ਮਨਾ ਭਾਈ ਮਰਦਾਨਾ ਕਹਿੰਦੇ ਸੀ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਨਾਮ ਮੰਗ ਲੈ। ਭਾਈ ਮਰਦਾਨਾ ਕਹਿੰਦੇ ਸੀ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਹੈ। ਮੈਂ ਸਮਝਿਆ ਹੀ ਨਹੀਂ, ਮੈਂ ਜਾਣਿਆ ਹੀ ਨਹੀਂ। ਮੇਰੇ ਘਰ ਅਕਾਲ ਪੁਰਖ ਵਾਹਿਗੁਰੂ ਆਪ ਸੰਤਾਂ ਦਾ ਰੂਪ ਧਾਰ ਕੇ, ਗੁਰੂ ਮਹਾਰਾਜ ਦਾ ਰੂਪ ਧਾਰ ਕੇ ਆਏ। ਮੈਂ ਸੰਸਾਰੀ ਵਸਤੂਆਂ ਮੰਗਦਾ ਰਹਿ ਗਿਆ, ਮੈਂ ਨਾਮ ਮੰਗਿਆ ਹੀ ਨਹੀਂ। 150 ਸਾਲ ਦੀ ਮੇਰੀ ਉਮਰ ਹੋ ਗਈ,
ਅੱਜ ਤੱਕ ਮੈਂ ਕਦੇ ਵਾਹਿਗੁਰੂ ਨਹੀਂ ਕਿਹਾ, ਹੁਣ ਮੈਨੂੰ ਉਹ ਬਚਨ ਯਾਦ ਆਉਂਦਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿ ਕੇ ਗਏ ਹਨ ਕਿ ਜਦੋਂ ਤੇਰਾ ਸੰਸਾਰ ਤੋਂ ਜਾਣ ਨੂੰ ਜੀ ਕਰੇ, ਇਹ ਉਮਰ ਤੋਂ, ਇਸ ਜੀਵਨ ਤੋਂ ਤੇਰਾ ਮਨ ਭਰ ਜਾਏ, ਤਾਂ ਜਦੋਂ ਵੀ ਅਸੀਂ ਉਸ ਸਮੇਂ ਗੁਰਤਾ ਗੁਰਗੱਦੀ ਤੇ ਸੁਭਾਏਮਾਨ ਹੋਵਾਂਗੇ, ਜਿਹੜੇ ਵੀ ਰੂਪ ਵਿੱਚ ਹੋਏ, ਤੂੰ ਆ ਕੇ ਦਰਸ਼ਨ ਕਰਕੇ ਬੇਨਤੀ ਕਰ ਲਈ, ਤੇਰੀ ਇਹ ਵੀ ਇੱਛਾ ਪੂਰੀ ਹੋ ਜਾਏਗੀ। ਹੁਣ ਹੌਲੀ ਹੌਲੀ ਤੁਰਿਆ ਜਾਂਦਾ ਡੰਗੋਰੀ ਦੇ ਸਖਾਰੇ, ਅੰਮ੍ਰਿਤਸਰ ਸਾਹਿਬ ਦੇ ਵਿੱਚ ਪਹੁੰਚ ਗਿਆ। ਪੁੱਛਦਾ ਕਿ ਹੁਣ ਗੁਰਤਾ ਗੁਰਗੱਦੀ ਤੇ ਸੁਭਾਏਮਾਨ ਕੌਣ ਨੇ? ਦੱਸਦੇ ਨੇ ਗੁਰਮੁਖ ਪਿਆਰੇ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੁਰਗੱਦੀ ਤੇ ਸੁਭਾਏਮਾਨ ਹਨ। ਜੇ ਤੁਸੀਂ ਦਰਸ਼ਨ ਕਰਨੇ ਹਨ ਤਾਂ ਉੱਥੇ ਜਾ ਕੇ ਕਰ ਲਓ। ਸਾਧ ਸੰਗਤ ਜੀ ਫਿਰ ਅਰਦਾਸਾਂ ਬੇਨਤੀਆਂ ਕਰਦਾ, ਜੋਦੜੀਆਂ ਕਰਦਾ, ਬੇਨਤੀਆਂ ਕਰਦਾ ਹੋਇਆ ਸਤਿਗੁਰਾਂ ਦੇ ਸਾਹਮਣੇ ਸਨਮੁਖ ਪਹੁੰਚ ਜਾਂਦਾ ਹੈ। ਸਤਿਗੁਰਾਂ ਨੂੰ ਬੇਨਤੀ ਕਰਦਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ, ਜਿਸ ਰੂਪ ਦੇ ਵਿੱਚ ਤੁਸੀਂ ਮੈਨੂੰ ਮਿਲੇ ਸੀ ਨਾ, ਕਿਰਪਾ ਕਰਕੇ ਉਸੇ ਰੂਪ ਦੇ ਵਿੱਚ ਮੈਨੂੰ ਦਰਸ਼ਨ ਦਿਓ। ਹੁਣ ਮਨ ਦੀਆਂ ਜਾਣਨ ਵਾਲੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਭਨਾਂ ਦੇ ਦਿਲਾਂ ਦੀਆਂ ਜਾਣਨ ਵਾਲੇ ਸੱਚੇ ਪਾਤਸ਼ਾਹ ਹੁਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਦਰਸ਼ਨ ਦੀਦਾਰ ਬਖਸ਼ਦੇ ਹਨ, ਔਰ ਫਿਰ ਵਾਪਸ ਛੇਵੇਂ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਆ ਜਾਂਦੇ ਹਨ। ਦਰਸ਼ਨ ਦੀਦਾਰ ਬਖਸ਼ ਕੇ ਹੁਣ ਇਸ ਦੇ ਸਰੀਰ ਨੂੰ ਅੰਤਿਮ ਵਿਦਾਇਗੀ ਦੇ ਰਹੇ ਹਨ। ਫਿਰ ਇਹ ਆਪਣੇ ਸਰੀਰ ਨੂੰ ਸਤਿਗੁਰਾਂ ਤੋਂ ਆਗਿਆ ਲੈ ਕਰਕੇ ਛੱਡਣ ਦੀ ਬੇਨਤੀ ਕਰਦਾ ਕਿ ਭਾਈ ਦੋਧਾ, ਸਤਿਗੁਰਾਂ ਤੋਂ 2 ਵਸਤਰ ਲਏ, ਇੱਕ ਚਿੱਟੀ ਚਾਦਰ ਨੀਚੇ ਵਿਛਾ ਲਈ, ਉੱਪਰ ਆਪ ਲੇਟ ਗਏ, ਔਰ ਇੱਕ ਚਿੱਟੀ ਚਾਦਰ ਸਾਧ ਸੰਗਤ ਜੀ ਆਪਣੇ ਸਰੀਰ ਦੇ ਉੱਪਰ ਲੈ ਲਈ। ਆਪ ਜੀ ਸਤਿਗੁਰਾਂ ਦਾ ਨਾਮ ਲੈ ਕਰਕੇ ਜਦੋਂ ਚਾਦਰ ਲੈ ਕਰਕੇ ਪੈ ਗਏ ਹਨ, ਸਤਿਗੁਰਾਂ ਦਾ ਨਾਮ ਧੰਨ ਸਤ ਕਰਤਾਰ, ਧੰਨ ਗੁਰੂ ਨਾਨਕ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਨਾਮ ਜਪਦੇ ਹਨ। ਨਾਮ ਜਪਦਿਆਂ ਜਪਦਿਆਂ ਸਤਿਗੁਰਾਂ ਨੂੰ ਯਾਦ ਕਰਦਿਆਂ ਕਰਦਿਆਂ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ ਦੇ ਮਹਾਵਾਕ ਅਨੁਸਾਰ ਭਾਈ ਦੋਧਾ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੰਦੇ ਹਨ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਅਸੀਂ ਦੱਸ ਰਹੇ ਸਾਂ ਕਿ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਵਿੱਚ ਗਿਆਨ ਕਰਾਉਂਦੇ ਹਨ। ਬਹੰਤ ਅਗਾਹ ਤੋਯੰ ਤਰੰਗੰ, ਦੁਖੰਤ ਗ੍ਰਹਿ ਚਿੰਤਾ ਜਨਮੰ ਤਾ ਮਰਣੈ। ਡੂੰਘੇ ਪਾਣੀਆਂ ਦੇ ਵਿੱਚ ਰੁੜ ਜਾਣਾ ਵੀ ਕੋਈ ਜ਼ਿਆਦਾ ਔਖਾ ਨਹੀਂ ਹੈ। ਗ੍ਰੰਥ ਗਿਰਪਤਤ ਪਾਤਾਲੰ, ਜਲੰਤ ਦੇ ਦੀਪੇ ਬੈ ਸਵੰਤਰ ਹੈ। ਉੱਚੀਆਂ ਪਹਾੜਾਂ ਤੋਂ ਰੁੜ ਜਾਣਾ, ਪਤਾਲ ਵਿੱਚ ਜਾ ਕੇ ਪੈ ਜਾਣਾ ਕੋਈ ਔਖਾ ਨਹੀਂ ਹੈ। ਜਲੰਤ ਦੇ ਦੀਪੇ ਬੈ ਸਵੰਤਰ ਹੈ। ਬੜੀ ਬੜੀ ਬਲਦੀ ਅੱਗ ਦੇ ਵਿੱਚ ਆਪਣੇ ਸਰੀਰ ਨੂੰ ਸਾੜ ਲੈਣਾ, ਇਹ ਵੀ ਕੋਈ ਬਹੁਤੀ ਦੁੱਖ ਦੀ ਗੱਲ ਨਹੀਂ ਹੈ। ਬਹੰਤ ਅਗਾਹ ਤੋਯੰ ਤਰੰਗੰ, ਪਾਣੀ ਦੀਆਂ ਵੱਡੀਆਂ ਵੱਡੀਆਂ ਛੱਲਾਂ, ਵੱਡੀਆਂ ਵੱਡੀਆਂ ਲਹਿਰਾਂ, ਵੇਵਸ ਦੇ ਵਿੱਚ ਬਹਿ ਜਾਣਾ, ਰੁੜ ਜਾਣਾ ਵੀ ਕੋਈ ਔਖਾ ਨਹੀਂ ਹੈ। ਸਭ ਤੋਂ ਔਖਾ ਕੰਮ, ਸਭ ਤੋਂ ਦੁਖਦਾਈ ਕਰਮ ਹੈ ਦੁਖੰਤ ਗ੍ਰਹਿ ਚਿੰਤਾ ਜਨਮੰ ਤਾ ਮਰਣੈ। ਸਭ ਤੋਂ ਵੱਡਾ ਚਿੰਤਾ ਅਤੇ ਝੋਰਾ ਉਹ ਹੈ ਜੋ ਆਪਣੇ ਘਰ ਪਰਿਵਾਰ ਦੇ ਵਾਸਤੇ ਆਪਦੇ ਮਾਲਕਾਂ ਦੇ ਅੱਗੇ ਹੱਥ ਜੋੜਨੇ, ਮਿੰਨਤਾਂ ਕਰਨੀਆਂ, ਗਲਤੀ ਹੋ ਜਾਣੀ, ਮਾਲਕ ਨੇ ਕੰਮ ਤੋਂ ਕੱਢ ਦੇਣਾ, ਫਿਰ ਹੱਥ ਜੋੜ ਕੇ ਕਹਿਣਾ ਮੈਨੂੰ ਇੱਕ ਵਾਰੀ ਕੰਮ ਤੇ ਰੱਖ ਲਓ, ਮੈਂ ਮੁੜ ਕੇ ਕੰਮ ਛੋਡਾਂਗਾ ਨਹੀਂ, ਗਲਤੀਆਂ ਨਹੀਂ ਕਰਾਂਗਾ, ਪਾਪ ਕਰਮ ਨਹੀਂ ਕਰਾਂਗਾ। ਮਾਲਕਾਂ ਦੇ ਅੱਗੇ ਹੱਥ ਜੋੜਨੇ ਕੇਵਲ ਆਪਣੇ ਪਰਿਵਾਰ ਵਾਸਤੇ, ਕੇਵਲ ਆਪਣੇ ਘਰ ਨੂੰ ਸੁਖੀ ਬਣਾਉਣ ਵਾਸਤੇ। ਦੁਖੰਤ ਗ੍ਰਹਿ ਚਿੰਤਾ, ਪਰਿਵਾਰ ਦੀ ਚਿੰਤਾ ਸਭ ਤੋਂ ਵੱਡਾ ਦੁੱਖ ਹੈ। ਸਾਧ ਸੰਗਤ ਜੀ ਵਾਰ-ਵਾਰ
ਚਿੰਤਾ ਝੋਰੇ ਵਿੱਚ ਲੈ ਕੇ ਜਾਣ ਵਾਲਾ ਦੁੱਖ ਹੈ। ਅਨਕ ਸਾਧਨੰ ਨ ਸਿੱਧਿਅਤੇ ਨਾਨਕ ਅਸਥੰਭੰ 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 ਸ਼ਬਦ ਸਾਧ ਸੁਵਜਨੈ। ਇਹੋ ਜਿਹੇ ਅਨੇਕਾਂ ਕਰਮ ਇਹ ਜੀਵ ਕਰਦਾ ਹੈ, ਪਰ ਮਨ ਨੂੰ ਆਸਰਾ ਕੋਈ ਕਰਮ ਨਹੀਂ ਦੇ ਸਕਦਾ। ਚਾਹੇ ਕੋਈ ਵਿਸ਼ੇ ਰਸ ਦੀ ਗੱਲ ਚੱਲਦੀ ਹੋਵੇ, ਚਾਹੇ ਪਰਿਵਾਰਾਂ ਦੀ ਗੱਲ ਚੱਲਦੀ ਹੋਵੇ, ਚਾਹੇ ਦੁੱਖ ਕਲੇਸ਼ ਦੀ ਗੱਲ ਚੱਲਦੀ ਹੋਵੇ, ਮਨ ਨੂੰ ਆਸਰਾ ਕੇਵਲ ਨਾਮ ਹੀ ਦੇ ਸਕਦਾ ਹੈ। ਜਾਂ ਅਸਤੰਭੰ ਸ਼ਬਦ ਸਾਧ ਸੁਵਜਨੈ, ਜਾਂ ਫਿਰ ਸਾਧ ਸੰਗਤ ਜੀ ਸਾਧੂਆਂ ਦੇ ਬਚਨ ਹੀ ਸਹਾਰਾ ਦੇ ਸਕਦੇ ਹਨ। ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਖੇਤ ਦੇ ਵਿੱਚ ਦੀ ਲੰਘੇ ਜਾ ਰਹੇ ਸਨ। ਉੱਥੇ ਇੱਕ ਜ਼ਿਮੀਂਦਾਰ ਭਰਾ, ਸਾਧ ਸੰਗਤ, ਜ਼ਿਮੀਂਦਾਰ ਭਰਾ ਆਪਣੀ ਖੇਤੀ ਕਰਦਾ ਹੈ। ਜਦੋਂ ਸਤਿਗੁਰੂ ਉਹਦੇ ਕੋਲ ਦੀ ਲੰਘੇ, ਉਹਨੇ ਸੋਚਣਾ ਕੀਤਾ ਕਿ ਮਹਾਪੁਰਸ਼ ਜਾ ਰਹੇ ਹਨ, ਕਿਉਂ ਨਾ ਇਹਨਾਂ ਨੂੰ ਇੱਕ ਪ੍ਰਸ਼ਾਦਾ ਛਕਾ ਦਿੱਤਾ ਜਾਵੇ। ਜਦੋਂ ਸਤਿਗੁਰੂ ਦੇ ਕੋਲ ਦੀ ਲੰਘੇ ਬੇਨਤੀ ਕਰਦਾ ਹੈ, ਉਹ ਗੁਰਸਿੱਖ, ਉਹ ਗੁਰਮੁਖ ਪਿਆਰਾ ਸੀ ਬੁੱਢਾ, ਬੇਨਤੀ ਕਰਦਾ, ਮਹਾਪੁਰਸ਼ੋ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਤੁਸੀਂ ਫਕਰ ਫਕੀਰ ਰੱਬ ਦੇ ਪਿਆਰੇ, ਪਤਾ ਨਹੀਂ ਕਿੱਡੀ ਕੁ ਦੂਰ ਤੋਂ ਤੁਸੀਂ ਆ ਰਹੇ ਹੋ। ਜੇ ਤੁਹਾਡੀ ਇੱਛਾ ਤਮੰਨਾ ਹੋਵੇ ਤਾਂ ਮੈਂ ਆਪ ਜੀ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦਾ। ਉਹ ਕਹਿੰਦੇ ਬੜੀ ਭਲੀ ਗੱਲ ਹੈ ਭਾਈ, ਛਕਾ ਲੈ ਜੇ ਤੇਰੀ ਇੱਛਾ, ਤੇਰੀ ਤਮੰਨਾ ਹੈ, ਨੀਡ ਹੈ। ਹੁਣ ਉਸਨੇ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਤਾ। ਜਦੋਂ ਪ੍ਰਸ਼ਾਦਾ ਛਕਾਇਆ ਤਾਂ ਸਾਧ ਸੰਗਤ ਪ੍ਰਸ਼ਾਦਾ ਛਕ ਕੇ ਸਤਿਗੁਰੂ ਕਹਿਣ ਲੱਗੇ ਵੀ ਭਾਈ ਅਸੀਂ ਤੇਰੇ ਤੇ ਪ੍ਰਸੰਨ ਹਾਂ, ਤੂੰ ਪ੍ਰਸ਼ਾਦੇ ਦੀ ਸੇਵਾ ਕੀਤੀ ਹੈ, ਹੁਣ ਦੱਸ ਤੇਰੇ ਮਨ ਦੀ ਇੱਛਾ ਕੀ ਹੈ। ਕਹਿੰਦਾ ਕੋਈ ਇੱਛਾ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੇਰੀ ਉਮਰ ਪੂਰੀ ਹੋ ਰਹੀ ਹੈ, ਤੂੰ ਇਸ ਸੰਸਾਰ ਤੋਂ ਕੀ ਖੱਟਿਆ, ਤੇਰੇ ਮਨ ਦੀ ਇੱਛਾ ਭਾਵਨਾ ਹੈ ਤਾਂ ਤੂੰ ਦੱਸ ਦੇ, ਕਿਉਂਕਿ ਸਮਾਂ ਹੋ ਗਿਆ ਤੇਰਾ ਸੰਸਾਰ ਤੋਂ ਜਾਵਣੇ ਦਾ। ਜੇ ਤੇਰੇ ਮਨ ਦੀ ਇੱਛਾ ਹੈ ਤਾਂ ਤੈਨੂੰ ਮੁਕਤ ਕਰ ਦਈਏ ਭਾਈ। ਉਹ ਕਹਿੰਦਾ ਮਹਾਰਾਜ ਮਾਫ ਕਰਨਾ, ਤੁਸੀਂ ਮੈਨੂੰ ਮੁਕਤ ਕਰਨ ਦੀਆਂ ਗੱਲਾਂ ਕਰਦੇ ਹੋ, ਮੈਂ ਤਾਂ ਜਿਉਣਾ ਚਾਹੁੰਦਾ ਹਜੇ, ਮੇਰੀ ਇੱਛਾ ਹੈ ਹੋਰ ਸੰਸਾਰ ਤੇ ਰਹਿਣ ਦੀ। ਸਾਧ ਸੰਗਤ ਸਤਿਗੁਰੂ ਕਹਿੰਦੇ ਮੁਕਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਮਰ ਜਾਣਾ, ਮੁਕਤ ਦਾ ਮਤਲਬ ਇਹ ਹੁੰਦਾ ਹੈ ਕਿ ਜਿਉਂਦੇ ਜੀ ਇਹ ਸੰਸਾਰ ਤੇ ਮੁਕਤ ਹੋ ਜਾਣਾ। ਕੀ ਤੂੰ ਮੁਕਤ ਹੋਣਾ ਚਾਹੁੰਦਾ? ਨਹੀਂ। ਕਹਿੰਦਾ ਮਹਾਰਾਜ ਮੈਂ ਮੁਕਤੀ ਨਹੀਂ ਚਾਹੁੰਦਾ, ਇਦੋਂ ਤਾਂ ਮੈਂ ਤੁਹਾਨੂੰ ਪ੍ਰਸ਼ਾਦਾ ਹੀ ਨਾ ਛਕਾਉਂਦਾ, ਤੁਸੀਂ ਤਾਂ ਮੈਨੂੰ ਮਾਰਨ ਦੀਆਂ ਗੱਲਾਂ ਕਰਦੇ ਹੋ, ਮੈਂ ਮਰਨਾ ਨਹੀਂ ਚਾਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਵੀ ਦੇਖ ਤੇਰਾ ਆਉਣ ਵਾਲਾ ਸਮਾਂ ਨਜ਼ਦੀਕ ਹੈ, ਜੇ ਤੂੰ ਸਾਡੇ ਰਾਹੀਂ ਮੁਕਤ ਹੋ ਜਾਂਦਾ ਹੈ ਤਾਂ ਤੇਰਾ ਆਉਣਾ ਜਾਣਾ ਖਤਮ ਹੋ ਜਾਏਗਾ, ਜਨਮ ਮਰਨ ਤੇਰਾ ਖਤਮ ਹੋ ਜਾਏਗਾ। ਕਿਉਂਕਿ ਬਾਣੀ ਦੱਸਦੀ ਹੈ ਬਹੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਣੈ। ਬਾਰ-ਬਾਰ ਜਨਮਣਾ ਤੇ ਬਾਰ-ਬਾਰ ਮਰਨਾ ਪੈਂਦਾ ਹੈ। ਜੇ ਅਸੀਂ ਪਰਿਵਾਰ ਦੀ ਚਿੰਤਾ ਦੇ ਵਿੱਚ, ਕੇਵਲ ਪਰਿਵਾਰ ਦੇ ਮੋਹ ਦੇ ਵਿੱਚ ਜੀਵਨ ਬਤੀਤ ਕਰਦੇ ਹਾਂ, ਜੇ ਵਾਹਿਗੁਰੂ ਜੀ ਦੇ ਨਾਲ ਪਿਆਰ ਨਹੀਂ ਪਾਉਂਦੇ, ਨਾਮ ਸਿਮਰਨ ਵਾਲੇ ਪਾਸੇ ਨਹੀਂ ਚੱਲਦੇ, ਸਾਨੂੰ 83,99,999 ਵਾਰੀ ਜਨਮਣਾ ਪਵੇਗਾ ਔਰ ਇੰਨੀ ਵਾਰੀ ਉਹ ਸਾਨੂੰ ਮਰਨਾ ਪਏਗਾ। ਰੀਸਾਈਕਲਿੰਗ ਦੇ ਵਿੱਚ ਸਾਨੂੰ ਜਾਣਾ ਪਏਗਾ। ਤੂੰ ਮੁਕਤੀ ਲੈ ਲੈ। ਉਹ ਨਾ ਮੰਨਿਆ ਜੀ, ਜਦੋਂ ਨਾ ਮੰਨਿਆ ਸਤਿਗੁਰੂ ਕਹਿੰਦੇ ਮਰਦਾਨਿਆ ਇਹਦੇ ਕਰਕੇ ਸਾਨੂੰ ਵਾਪਸ ਫੇਰ ਆਉਣਾ ਪਏਗਾ। ਹੁਣ ਕੀ ਕਰੀਏ ਭਾਈ, ਇਹ ਮੁਕਤੀ ਲੈਣੀ ਮੰਨਦਾ ਹੀ ਨਹੀਂ ਹੈ। ਮਰਦਾਨਾ ਕਹਿੰਦਾ ਸਤ ਵਚਨ ਮਹਾਰਾਜ, ਜੇ ਨਹੀਂ ਮੰਗਦਾ ਤਾਂ ਮੁਕਤੀ ਦੇਣੀ ਵੀ ਨਹੀਂ ਚਾਹੀਦੀ। ਆਪ ਜੀ ਕਰੁਣਾ ਨਿਧਾਨ ਹੋ, ਕਿਰਪਾਲੂ ਦਿਆਲੂ ਹੋ, ਅੰਤਰਯਾਮੀ ਹੋ, ਆਪ ਜੀ ਦੀ ਰਜ਼ਾ ਜਿਵੇਂ ਹੋਵੇ। ਸਤਿਗੁਰਾਂ ਨੇ ਚਾਲੇ ਪਾਤੇ, ਸੰਗਤਾਂ ਨੂੰ ਤਾਰ ਕੇ ਭਲਾ ਕਰਕੇ ਸਤਿਗੁਰੂ ਕਹਿੰਦੇ ਅੱਜ ਫੇਰ ਸਮਾਂ ਬਣ ਗਿਆ। ਮਰਦਾਨਿਆ ਭਾਈ ਵਾਲਿਆ, ਚਲੋ ਆਪਾਂ ਉਸ ਬਜ਼ੁਰਗ ਦਾ ਹਾਲ ਚਾਲ ਦੇਖ ਕੇ ਆਈਏ। ਹੁਣ ਜਦੋਂ ਉਧਰੋਂ ਵਾਪਸ ਆ ਰਹੇ ਹਨ, ਦੇਖਦੇ ਹਨ ਉਸ ਖੇਤ ਦੇ ਵਿੱਚ ਗੇੜਾ ਮਾਰਦੇ ਹਨ। ਕਹਿੰਦੇ ਆਪਾਂ ਇੱਥੇ ਪ੍ਰਸ਼ਾਦਾ ਛਕਿਆ ਸੀ ਨਾ,
ਆਪਾਂ ਇਸ ਬਜ਼ੁਰਗ ਦਾ ਭਲਾ ਕਰ ਦਈਏ, ਮੁਕਤੀ ਕਰ ਦਈਏ। ਆਓ ਆਪਾਂ ਬੈਠ ਕੇ ਚੌਂਕੜਾ ਮਾਰ ਕੇ ਡੀਪ ਮੈਡੀਟੇਸ਼ਨ ਵਿੱਚ ਜਾ ਕੇ ਦੇਖੀਏ ਬਜ਼ੁਰਗ ਹੈ ਕਿੱਥੇ। ਜਦੋਂ ਸਤਿਗੁਰੂ ਅੰਤਰ ਧਿਆਨ ਹੋਏ ਦੇਖਿਆ ਉਹ ਬੁੜਾ ਤਾਂ ਮਰ ਗਿਆ ਸੀ, ਮਰ ਕੇ ਇਸੇ ਖੇਤ ਦੇ ਵਿੱਚ ਬਲਦ ਬਣ ਕੇ ਹਲ ਜੋੜਿਆ ਹੋਇਆ, ਪੰਜਾਲੀ ਨੂੰ ਜੋੜਿਆ ਹੋਇਆ ਹੈ। ਧੁੱਪ ਬਹੁਤ ਜ਼ਿਆਦਾ ਹੈ। ਉਸ ਦਾ ਪੁੱਤਰ ਖੇਤ ਦੇ ਵਿੱਚ ਹਲ ਚਲਾ ਰਿਹਾ ਹੈ। ਪਿਓ ਬਲਦ ਬਣ ਕੇ ਹਲ ਨੂੰ ਖਿੱਚ ਰਿਹਾ ਹੈ। ਧੁੱਪ ਬਹੁਤ ਜ਼ਿਆਦਾ, ਪਾਣੀ ਦੀ ਪਿਆਸ ਬਲਦ ਨੂੰ ਲੱਗੀ, ਚੱਲ ਨਹੀਂ ਰਿਹਾ। ਪੁੱਤ ਜ਼ੋਰ-ਜ਼ੋਰ ਦੀ ਸੋਟੀਆਂ ਮਾਰ ਕੇ ਬਲਦ ਨੂੰ ਤੋੜ ਰਿਹਾ ਹੈ। ਸਤਿਗੁਰੂ ਕਹਿੰਦੇ ਮਰਦਾਨਿਆ, ਇਹਨੇ ਆਪਾਂ ਨੂੰ ਪ੍ਰਸ਼ਾਦਾ ਛਕਾਇਆ ਸੀ, ਆਪਾਂ ਇਹਨੂੰ ਮੁਕਤੀ ਦੇ ਰਹੇ ਸਾਂ, ਔਰ ਅੱਜ ਇਹ ਬਲਦ ਬਣ ਕੇ ਆਪਦੇ ਪੁੱਤ ਦੀਆਂ ਸੋਟੀਆਂ ਖਾ ਰਿਹਾ ਹੈ। ਪ੍ਰਾਣੀ ਸ਼ਬਦ ਵਰਤਿਆ ਜਾਂਦਾ ਹੈ, ਜੇ ਸੋਟੀ ਦੇ ਨਾਲ ਅਸੀਂ ਬਲਦ ਨੂੰ ਹੱਕਦੇ ਹਾਂ। ਹੁਣ ਇਹ ਸੋਟੀਆਂ ਖਾ ਰਿਹਾ ਹੈ, ਪ੍ਰਾਣੀਆਂ ਇਸ ਦੇ ਪੁੱਤਰ ਇਸ ਦੇ ਮਾਰ ਰਿਹਾ ਹੈ। ਉਸ ਨੂੰ ਪਤਾ ਨਹੀਂ ਮੇਰਾ ਪਿਓ ਹੈ, ਚੱਲ ਆਪਾਂ ਜਾ ਕੇ ਇਹਦੀ ਮੁਕਤੀ ਕਰੀਏ। ਸਤਿਗੁਰੂ ਜਾ ਕੇ ਕਹਿੰਦੇ, ਐ ਗੁਰਮੁਖ ਪਿਆਰਿਆ, ਇਸ ਬਲਦ ਨੂੰ ਇਤਨਾ ਨਾ ਕੁੱਟ, ਸਾਨੂੰ ਤੂੰ ਇਹਦੇ ਨਾਲ ਗੱਲਾਂ ਕਰ ਲੈਣ ਦੇ। ਇਹ ਜੋ ਕਹਿਣਾ ਚਾਹੁੰਦਾ ਹੈ, ਕਹਿੰਦਾ ਮਹਾਰਾਜ ਇਹ ਡੰਗਰ ਪਸ਼ੂ ਕਿਤੇ ਬੋਲਦੇ ਹੁੰਦੇ ਨੇ ਤਾਂ ਬੇਜਵਾਨੇ ਨੇ। ਮਰਦਾਨਾ ਕਹਿੰਦਾ ਸਤਿਗੁਰੂ ਬੁਲਾ ਸਕਦੇ ਨੇ, ਕਰ ਲੈਣ ਦੇ ਸਤਿਗੁਰਾਂ ਨੂੰ ਗੱਲਾਂ। ਸਤਿਗੁਰੂ ਕੰਨ ਵਿੱਚ ਕਹਿੰਦੇ ਬਲਦ ਨੂੰ, ਐ ਬਜ਼ੁਰਗਾ, ਤੇਰੇ ਕਰਕੇ ਸਾਨੂੰ ਸੰਗਤ ਦਾ ਭਲਾ ਵਿੱਚ ਹੀ ਛੱਡ ਕੇ ਤੇਰੇ ਕੋਲ ਆਉਣਾ ਪੈ ਗਿਆ। ਜੇ ਤੂੰ ਕਿਤੇ ਸਾਡਾ ਬਚਨ ਮੰਨ ਲਵੇਂ ਨਾ, ਮੁਕਤੀ ਲੈ ਲਵੇਂ। ਸਭ ਤੋਂ ਦੇਖਿਆ ਨਹੀਂ ਜਾਂਦਾ ਤੇਰਾ ਪੁੱਤਰ ਤੇਰੀ ਕਿੰਨੀ ਦੁਰਦਸ਼ਾ ਕਰ ਰਿਹਾ ਹੈ, ਸੋਟੀਆਂ ਦੇ ਨਾਲ ਤੈਨੂੰ ਧੁੱਪ ਵਿੱਚ ਕੁੱਟ ਰਿਹਾ ਹੈ। ਛੇਤੀ ਛੇਤੀ ਕੰਮ ਮੁਕਾਉਣ ਦਾ ਮਾਰਾ ਤੈਨੂੰ ਕੁੱਟ ਕੇ ਤੇ ਤੋਂ ਕੰਮ ਕਰਾ ਰਿਹਾ ਹੈ। ਹੁਣ ਬਲਦ ਸਤਿਗੁਰਾਂ ਨੂੰ ਜਵਾਬ ਦਿੰਦਾ ਹੈ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਜੋ ਜੀਵ ਜੰਤੂ ਪਸ਼ੂ ਪੰਛੀ ਬੋਲਦੇ ਹੈ, ਇਹ ਵੀ ਭਗਵਾਨ ਦਾ ਨਾਮ ਲੈਂਦੇ ਹੈ। ਭਗਵਾਨ ਨੂੰ ਉਹਨਾਂ ਦੀ ਬੋਲੀ ਸਮਝ ਆਉਂਦੀ ਹੈ। ਉਹ ਕਹਿੰਦਾ ਮਹਾਰਾਜ, ਉਸ ਵੇਲੇ ਦੀ ਗੱਲ ਹੈ, 550 ਸਾਲ ਪਹਿਲਾਂ ਦੀ ਗੱਲ ਹੈ। ਕਹਿੰਦਾ ਮਹਾਰਾਜ 8 ਰੁਪਈਆਂ ਦਾ, 8 ਆਨੇ ਕਿਹਾ ਉਸਨੇ, ਤਾਂ ਆਪਣੇ ਸਮਝਣ ਵਾਸਤੇ 8000 ਕਹਿ ਲਓ, 80000 ਕਹਿ ਲਓ, ਉਹ ਵੀ ਘੱਟ ਹੈ ਉਸ ਵੇਲੇ ਦੇ ਪੈਸਿਆਂ ਦੇ ਨਾਲ। ਕਹਿੰਦਾ 8 ਆਨੇ ਦਾ ਮੈਂ, ਇੱਕ ਤਾਂ 8 ਆਨੇ ਦਾ ਮੈਂ ਮਰਾਂਗਾ, ਇੱਕ 8 ਆਨੇ ਦਾ ਮੇਰੇ ਪੁੱਤਰ ਨੂੰ ਨਵਾਂ ਲਿਆਉਣਾ ਪਵੇਗਾ ਬਲਦ। ਮੈਨੂੰ ਤੁਹਾਡੀ ਮੁਕਤੀ ਨਹੀਂ ਚਾਹੀਦੀ, ਮੇਰਾ ਪੁੱਤ ਮੈਨੂੰ ਸੋਟੀਆਂ ਨਾਲ ਕੁੱਟ ਰਿਹਾ, ਮੈਨੂੰ ਮਨਜ਼ੂਰ ਹੈ, ਮੁਕਤੀ ਨਹੀਂ ਚਾਹੀਦੀ। ਅਸੀਂ ਇਹੋ ਜਿਹੀਆਂ, ਜੇ ਸਾਨੂੰ ਕੋਈ ਕਵੇ ਨਾ ਨਾਮ ਜਪ ਲੋ, ਨਹੀਂ ਜੀ ਅਸੀਂ ਨਹੀਂ ਜਪ ਸਕਦੇ, ਕੀਤਾ ਕਰਾਇਆ ਮਿਲ ਜਾਵੇ, ਸਾਨੂੰ ਕਰਨਾ ਨਾ ਪਵੇ। ਹੁਣ ਜਦੋਂ ਸਤਿਗੁਰਾਂ ਨੇ ਫਿਰ ਸਮਝਾਇਆ, ਉਹ ਬਜ਼ੁਰਗਾ ਤੇਰੇ ਕਰਕੇ ਸਾਨੂੰ ਆਉਣਾ ਪੈ ਗਿਆ, ਮੁੜ ਕੇ ਤੂੰ ਮੁਕਤੀ ਨਹੀਂ ਲੈਂਦਾ। ਕਹਿੰਦਾ ਜਾ ਬਾਬਾ, ਮੈਂ ਤਾਂ ਤੈਨੂੰ ਰੋਟੀ ਖਿਲਾ ਕੇ ਪੰਗਾ ਹੀ ਲੈ ਲਿਆ, ਇਦੋਂ ਤਾਂ ਮੈਂ ਤੈਨੂੰ ਰੋਟੀ ਉਹ ਨਾ ਖਿਲਾਉਂਦਾ। ਤੂੰ ਪਹਿਲਾਂ ਜਦੋਂ ਮੈਂ ਇਨਸਾਨ ਜਾਮੇ 'ਚ ਸਾਂ ਤਾਂ ਵੀ ਮੈਨੂੰ ਮਾਰਨ ਨੂੰ ਫਿਰਦਾ ਸੀ, ਹੁਣ ਮੈਂ ਬਲਦ ਦੀ ਜੂਨੀ ਵਿੱਚ ਹਾਂ, ਤੂੰ ਤਾਂ ਵੀ ਮੈਨੂੰ ਮਾਰਨ ਨੂੰ ਫਿਰਦਾ ਹੈ। ਸਤਿਗੁਰੂ ਫਿਰ ਚਲੇ ਗਏ। ਕਹਿੰਦੇ ਮਰਦਾਨਿਆ, ਹਜੇ ਨਹੀਂ ਮੰਨਦਾ, ਹਜੇ ਸਮਾਂ ਲੱਗੇਗਾ, ਆਪਾਂ ਨੂੰ ਦੁਬਾਰਾ ਫਿਰ ਆਣਾ ਪਏਗਾ। ਸੱਤ ਹੈ ਸੱਚੇ ਪਾਤਸ਼ਾਹ। ਸਤਿਗੁਰੂ ਫਿਰ ਦੁਨੀਆ ਨੂੰ ਤਾਰਦੇ ਦੁਨੀਆ ਦਾ ਭਲਾ ਕਰਦੇ, ਦੁਨੀਆ ਦਾ ਭ੍ਰਮਣ ਕਰਦੇ ਹੋਏ ਜਦੋਂ ਫਿਰ ਵਾਪਸ ਆਏ, ਫਿਰ ਖੇਤ ਵਿੱਚ ਪਹੁੰਚ ਗਏ। ਜਦੋਂ ਅੰਤਰ ਧਿਆਨ ਹੋ ਕੇ ਦੇਖਿਆ ਕਿ ਬਜ਼ੁਰਗ ਹੈ ਕਿੱਥੇ, ਤਾਂ ਪਤਾ ਲੱਗਿਆ ਕਿ ਬਜ਼ੁਰਗ ਹੁਣ ਬਲਦ ਨਹੀਂ ਹੈਗਾ, ਹੁਣ ਕੁੱਤਾ ਬਣ ਕੇ ਆਪਣੇ ਘਰ ਦੀ ਰਾਖੀ ਕਰਦਾ ਹੈ। ਆਪਾਂ ਵਿਚਾਰ ਕਰ ਰਹੇਗਾ, ਬਹੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਨ ਹੈ। ਬਾਰ-ਬਾਰ ਜੰਮਣਾ ਪੈਂਦਾ ਹੈ, ਬਾਰ-ਬਾਰ ਮਰਨਾ ਪੈਂਦਾ ਹੈ। ਜਦੋਂ ਅਸੀਂ ਕੇਵਲ ਪਰਿਵਾਰ ਵਾਸਤੇ ਜਿਉਂਦੇ ਹਾਂ, ਵਾਹਿਗੁਰੂ ਵਾਲੇ ਪਾਸੇ ਨਹੀਂ ਜਿਉਂਦੇ, ਤਾਂ ਫਿਰ ਇੰਨੀ ਸਜ਼ਾ ਮਿਲਦੀ ਹੈ। ਸਭ ਤੋਂ ਵੱਧ ਦੁੱਖ ਜਨਮ ਦਾ, ਉਸ ਤੋਂ ਵੱਧ ਦੁੱਖ ਮਰਨ ਦਾ ਹੈ। ਜਦੋਂ ਜਨਮਦੇ ਹਾਂ ਸਰੀਰ ਤੇ ਇੰਨਾ ਕਸ਼ਟ ਹੁੰਦਾ ਹੈ ਜਿਵੇਂ 1000 ਸੂਈਆਂ ਇਕੱਠੀਆਂ ਸਰੀਰ ਦੇ ਵਿੱਚ ਚੁਭੋ ਦਿੱਤੀਆਂ ਜਾਣ। ਜਦੋਂ ਮਰਦੇ ਹਾਂ ਸਰੀਰ ਵਿੱਚੋਂ ਆਤਮਾ ਨਿਕਲਦੀ ਹੈ, ਤਦ ਵੀ ਇੰਨਾ ਹੀ ਦੁੱਖ ਹੁੰਦਾ ਜਿਵੇਂ 1000 ਸੂਈਆਂ ਸਰੀਰ 'ਚ ਚੁਭੋ ਦਿੱਤੀਆਂ ਜਾਣ।
ਇਹ ਸਭ ਤੋਂ ਵੱਡਾ ਦੁੱਖ ਹੈ, ਜਨਮ ਦਾ ਤੇ ਮਰਨ ਦਾ। ਸਤਿਗੁਰੂ ਕਹਿੰਦੇ ਚੱਲ ਫਿਰ ਆਪਾਂ ਘਰੇ ਚੱਲਦੇ ਹਾਂ, ਜਾ ਕੇ ਉਸ ਦਾ ਭਲਾ ਕਰੀਏ। ਸਤਿਗੁਰੂ ਪਿੰਡ ਚਲੇ ਗਏ ਉਹਨਾਂ ਦੇ ਘਰ ਦੇ ਕੋਲੇ। ਉੱਥੇ ਜਾ ਕਰਕੇ ਸਤਿਗੁਰੂ ਕਹਿਣ ਲੱਗੇ, ਤੂੰ ਕੁੱਤਾ ਬਣਿਆ ਫਿਰਦਾ ਇੱਥੇ, ਤੂੰ ਸਾਨੂੰ ਪ੍ਰਸ਼ਾਦਾ ਛਕਾਇਆ ਸੀ, ਅਸੀਂ ਤੇਰੀ ਮੁਕਤੀ ਕਰਨੀ ਚਾਹੁੰਦੇ ਹਾਂ। ਉਹ ਕਹਿੰਦਾ ਬਾਬਾ ਤੂੰ ਇੱਥੇ ਵੀ ਆ ਗਿਆ, ਤੂੰ ਮੁਕਤੀ ਕਰਨ ਮੇਰੇ ਮਗਰ ਹੀ ਪੈ ਗਿਆ, ਤੂੰ ਤਾਂ ਮੈਂ ਨਹੀਂ ਕਰਾਉਣੀ ਮੁਕਤੀ। ਸਾਰਾ ਦਿਨ ਮੇਰੇ ਨੌ ਪੁੱਤ ਕੰਮ ਕਰਦੇ ਕਰਦੇ ਥੱਕ ਹਾਰ ਕੇ ਸੌਂਦੇ ਐ, ਐਵੇਂ ਕੋਈ ਚੋਰ ਆ ਕੇ ਉਹਨਾਂ ਦਾ ਘਰ ਲੁੱਟ ਕੇ ਲੈ ਜਾਊਗਾ? ਜੇ ਇਹ ਸੁੱਤੇ ਰਹੇ ਕੋਈ ਚੋਰ ਚੋਰੀ ਕਰਕੇ ਲੈ ਜਾਏਗਾ। ਇਸ ਕਰਕੇ ਬਾਬਾ ਤੂੰ ਜਾ, ਜਦੋਂ ਮੇਰੇ ਪੁੱਤ ਮੇਰੀ ਨੌ ਸੁੱਤੇ ਹੁੰਦੇ ਆ ਮੈਂ ਘਰ ਦੀ ਰਖਵਾਲੀ ਕਰਦਾ, ਮੈਂ ਸਾਰੀ ਰਾਤ ਭੌਂਕਦਾ ਕਿ ਇੱਥੇ ਕੋਈ ਚੋਰ ਨਾ ਆ ਜਾਵੇ। ਸਤਿਗੁਰੂ ਕਹਿੰਦੇ ਮਰਦਾਨਿਆ ਇਸ ਵਾਰ ਇਹਨੂੰ ਬਖਸ਼ਤਾ, ਅਗਲੀ ਵਾਰੀ ਆਪਾਂ ਨੇ ਇਹਦੀ ਮੁਕਤੀ ਕਰ ਹੀ ਦੇਣੀ ਹੈ। ਹੁਣ ਆਪਾਂ ਇਹਨੂੰ ਪੁੱਛਣਾ ਨਹੀਂ ਹੈਗਾ, ਮੁਕਤੀ ਹੀ ਕਰ ਦੇਣੀ ਹੈ। ਸਤਿਗੁਰੂ ਫਿਰ ਦੁਨੀਆ ਦਾ ਭ੍ਰਮਣ ਕਰਨ ਚਲੇ ਗਏ। ਜਦੋਂ ਵਾਪਸ ਮੁੜ ਕੇ ਆਏ ਨਾ ਕੁਝ ਸਮੇਂ ਤੋਂ ਬਾਅਦ, ਕੀ ਦੇਖਦੇ ਹਨ? ਘਰੇ ਹੀ ਆ ਗਏ, ਅੰਤਰ ਧਿਆਨ ਹੋਏ, ਦਿਵ ਦ੍ਰਿਸ਼ਟੀ ਨਾਲ ਦੇਖਣਾ ਕੀਤਾ। ਇੱਕ ਛੋਟਾ ਜਿਹਾ ਬਾਲਕ, ਜਿਵੇਂ ਆਪਣਾ ਛੋਟਾ ਜਿਹਾ ਬਾਲਕ ਹੈ, ਇਸ ਤਰ੍ਹਾਂ ਬਾਲਕ ਮੰਜੇ ਤੇ ਸੁੱਤਾ ਪਿਆ ਤੇ ਉਹ ਜੋ ਬਾਬਾ ਸੀ ਬਜ਼ੁਰਗ ਬਾਪੂ, ਪੁਰਾਣੇ ਜ਼ਮਾਨੇ ਦੀਆਂ ਛੱਤਾਂ ਆਪਣੀਆਂ ਸਲਵਾੜ ਦੀਆਂ ਹੋਇਆ ਕਰਦੀਆਂ, ਸਤੀਰੀਆਂ ਕੜੀਆਂ ਪਾਈਆਂ ਹੁੰਦੀਆਂ ਸਨ। ਉਹ ਸਲਵਾੜ ਦੇ ਛੱਤ ਦੇ ਵਿੱਚ ਦੀ ਸੱਪ ਬਣ ਕੇ ਲਮਕ ਰਿਹਾ ਹੈ ਥੱਲੇ ਨੂੰ। ਨੀਚੇ ਮੰਜੇ ਤੇ ਉਹ ਬਾਲਕ ਸੁੱਤਾ ਪਿਆ ਹੈ। ਸੁੱਤਾ ਪਿਆ ਪਿਆ ਇੱਕਦਮ ਤਰਵਕ ਕੇ ਉੱਠਿਆ, ਰੋਣ ਲੱਗ ਗਿਆ। ਸੱਪ ਦੇ ਵਿੱਚ ਆਤਮਾ ਬਾਪੂ ਦੀ ਹੈ। ਚਿੱਤ ਕੀਤਾ ਮੈਂ ਘੁੱਟ ਕੇ ਬੁੱਕਲ 'ਚ ਲੈ ਕੇ ਚੁੱਪ ਕਰਾ ਦੇਵਾਂ। ਆਤਮਾ ਤਾਂ ਉਹੀ ਹੈ ਨਾ, ਪਰ ਉਹਦੇ ਪੁੱਤ ਪੋਤਿਆਂ ਨੂੰ ਥੋੜ੍ਹਾ ਪਤਾ ਕਿ ਉਹ ਜਿਹੜਾ ਸੱਪ ਉਤਰਿਆ ਉਹਦਾ ਸਾਡਾ ਬਾਪੂ ਜੀ ਹੈ। ਉਹਨਾਂ ਨੂੰ ਤਾਂ ਇਹ ਲੱਗਦਾ ਕਿ ਸੱਪ ਆ ਗਿਆ। ਹੁਣ ਜਦੋਂ ਸੱਪ ਉਤੋਂ ਲਮਕਦਾ ਨੀਚੇ ਕਿ ਮੈਂ ਆਪਦੇ ਪੋਤਰੇ ਨੂੰ ਘੁੱਟ ਕੇ ਬੁੱਕਲ 'ਚ ਲੈ ਲਵਾਂ, ਜਦੋਂ ਉਸ ਬੱਚੇ ਦੇ ਮਾਤਾ ਔਰ ਪਿਤਾ ਨੇ ਦੇਖਿਆ, ਆਵਾਜ਼ ਦਿੰਦੇ ਨੇ, ਕਹਿੰਦੇ ਆਪਣੇ ਬੱਚੇ ਦੇ ਤਾਂ ਲੜ ਜਾਣਾ, ਇਹਨੂੰ ਹਟਾਓ, ਪਰੇ ਕਰੋ, ਮਾਰੋ ਇਸ ਨੂੰ। ਸਤਿਗੁਰੂ ਸਾਥੀ ਵਾਲਾ ਤੇ ਮਰਦਾਨਾ ਸਭ ਕੁਝ ਅੱਖੀਂ ਦੇਖ ਰਹੇ ਹਨ। ਹੁਣ ਜਦੋਂ ਨੀਚੇ ਡਿੱਗ ਗਿਆ ਉਹਨੂੰ ਕੁੱਟਦੇ ਹਨ, ਮਾਰਦੇ ਹਨ। ਜਿਹੜੀਆਂ ਉਹਦੀਆਂ ਨੋਹਾਂ ਨੇ ਨਾ, ਜਿਨ੍ਹਾਂ ਵਾਸਤੇ ਕਹਿੰਦਾ ਸੀ ਸਾਰਾ ਦਿਨ ਕੰਮ ਕਰਦੀਆਂ ਥੱਕ ਜਾਂਦੀਆਂ ਹਨ, ਸੌਂ ਜਾਂਦੀਆਂ ਹਨ ਕਿ ਕੋਈ ਚੋਰ ਆ ਕੇ ਘਰ ਲੁੱਟ ਕੇ ਨਾ ਲੈ ਜਾਏ, ਮੈਂ ਇਹਨਾਂ ਦੀ ਰਖਵਾਲੀ ਕਰਦਾ ਹਾਂ ਕੂਕਰ ਦੇ ਰੂਪ 'ਚ। ਹੁਣ ਪਤਾ ਕੀ ਕਹਿੰਦੀਆਂ? ਇਹਦੇ ਸਿਰ ਵਿੱਚ ਨੂੰ ਮਾਰ, ਸਿਰ ਵਿੱਚ ਨੂੰ ਕਿਤੇ ਬਚ ਨਾ ਜਾਵੇ। ਹੈ ਉਹਨਾਂ ਦਾ ਬਾਪੂ, ਆਤਮਾ ਬਾਪੂ ਦੀ ਹੈ ਔਰ ਹੈ ਸਰੀਰ ਸੱਪ ਦਾ। ਹੁਣ ਸਤਿਗੁਰੂ ਕਹਿੰਦੇ ਮਰਦਾਨਿਆ ਆਪਣੇ ਆਉਣ ਤੋਂ ਪਹਿਲਾਂ ਹੀ ਇਹਦੇ ਪੁੱਤ ਪੋਤਿਆਂ ਨੇ ਮੁਕਤੀ ਕਰਤੀ, ਹੁਣ ਫੇਰ ਇਹ ਜੂਨ ਵਿੱਚ ਜਾਏਗਾ। ਆਪਾਂ ਨੂੰ ਇਹਦੀ ਮੁਕਤੀ ਕਰਨੀ ਓ ਪੈਣੀ ਹੈ। ਜੇ ਆਪਾਂ ਨਾ ਮੁਕਤੀ ਕੀਤੀ ਇਹ ਇਦਾਂ ਹੀ ਭਟਕਦਾ ਰਹਿਣਾ। ਹੁਣ ਸਤਿਗੁਰੂ ਕੁਝ ਕੁ ਸਮੇਂ ਬਾਅਦ ਹੀ ਆ ਗਏ। ਆ ਕੇ ਦੇਖਦੇ ਨੇ ਘਰ ਦੇ ਵਿੱਚ ਕੋਈ ਕੁੱਤਾ ਨਹੀਂ ਦਿੰਦਾ, ਕੋਈ ਬਲਦ ਨਹੀਂ ਦਿੰਦਾ ਜਿਹਦੇ ਵਿੱਚ ਬਜ਼ੁਰਗ ਦੀ ਆਤਮਾ ਹੋਵੇ। ਸਤਿਗੁਰਾਂ ਨੂੰ ਭਾਈ ਮਰਦਾਨਾ ਬਾਲਾ ਪੁੱਛਦੇ ਹਨ, ਮਹਾਰਾਜ ਜੀ ਦੇਖੋ ਤਾਂ ਕਿੱਥੇ ਕਾ? ਜਦੋਂ ਸਤਿਗੁਰੂ ਅੰਤਰ ਧਿਆਨ ਹੋਏ, ਉਹ ਘਰ ਦੇ ਬਾਹਰਲੇ ਪਾਸੇ ਜਿਹੜੀ ਗੰਦੀ ਨਾਲੀ ਵਗਦੀ ਸੀ, ਅੰਦਰੋਂ ਸਾਰਾ ਗੰਦਾ ਪਾਣੀ ਉਸ ਨਾਲੀ ਦੇ ਵਿੱਚ ਦੀ ਬਾਹਰ ਵਹਿ ਰਿਹਾ ਸੀ, ਜਾ ਰਿਹਾ ਸੀ। ਸਤਿਗੁਰੂ ਕਹਿੰਦੇ ਮਰਦਾਨਿਆ ਉਹ ਤਾਂ ਗੰਦੀ ਨਾਲੀ ਦਾ ਬਿਸ਼ਟਾ ਦਾ ਕੀੜਾ ਬਣਿਆ ਪਿਆ, ਗੰਦੀ ਨਾਲੀ ਦਾ ਗੰਦ ਖਾਣ ਵਾਲਾ ਕੀੜਾ। ਸਤਿਗੁਰੂ ਇੰਨੀ ਨਿਸ਼ਚਿਤ ਜੂਨ ਵਿੱਚ ਕਹਿੰਦੇ ਹੁਣ ਆਪਾਂ ਪੁੱਛਣਾ ਨਹੀਂ ਇਹਨੂੰ ਵੀ ਇਹਦੀ ਮੁਕਤੀ ਕਰਦੀ ਹੈ, ਆਪਾਂ ਕਰ ਦੇਣੀ ਹੈ। ਸਤਿਗੁਰੂ ਇੰਨੇ ਕੀੜਿਆਂ ਦੇ ਵਿੱਚੋਂ ਮੈਨੂੰ ਪਹਿਚਾਣ ਕਿਵੇਂ ਆਏਗੀ? ਸਾਰੇ ਕੀੜੇ ਗੰਦ ਖਾਂਦਾ, ਕੋਈ ਇੱਧਰ ਨੂੰ ਜਾਂਦਾ, ਕੋਈ ਇੱਧਰ ਨੂੰ। ਇੱਕ ਕੀੜਾ ਉੱਥੇ ਹੀ ਬੈਠਾ ਗੰਦ ਮੰਦ ਖਾਈ ਜਾਂਦਾ। ਸਤਿਗੁਰੂ ਕਹਿੰਦੇ ਕੱਢ ਇਹਨੂੰ 2 ਡੱਕਿਆਂ ਦੇ ਨਾਲ ਪਕੜ ਕੇ ਬਾਹਰ ਧਰ ਇਹਨੂੰ ਜਰਾ। ਜਦੋਂ ਬਾਹਰ ਧਰਿਆ ਆਵਾਜ਼ ਦਿੰਦਾ, ਸਤਿਗੁਰੂ ਸੁਣਦੇ ਐ, ਮਹਾਰਾਜ ਤੁਸੀਂ ਇੱਥੇ ਵੀ ਆ ਗਏ, ਮੈਨੂੰ ਮਾਰਿਓ ਨਾ। ਜੇ ਮੈਨੂੰ ਮਾਰ ਦਿੱਤਾ ਇਹ ਤੋਂ ਗੰਦ ਦਾ ਮੁਸ਼ਕ ਆਇਆ ਕਰੇਗਾ, ਆਂਢੀ ਗੁਆਂਢੀ ਕਹਿਣਗੇ ਇਹਨਾਂ ਨੂੰ ਸਾਫ਼ ਸਫਾਈ ਨਹੀਂ ਰੱਖਣੀ ਆਉਂਦੀ। ਮੈਂ ਗੰਦ ਖਾਨਾ, ਮੈਨੂੰ ਰਹਿਣ ਦਿਓ ਇੱਥੇ ਹੀ, ਕਿਰਪਾ ਕਰਕੇ ਮੈਨੂੰ ਮਾਰਿਓ ਨਾ। ਸਤਿਗੁਰੂ ਨਹੀਂ ਬੋਲੇ। ਸਤਿਗੁਰਾਂ ਨੇ ਖੜਾਮ ਦੇ ਵਿੱਚੋਂ ਚਰਨ ਕੱਢਿਆ, ਆਪ ਦਾ ਗੂਠਾ, ਉਹਦੇ ਆਪਦੇ ਚਰਨ ਦਾ ਪੈਰ ਦਾ ਗੂਠਾ
ਉਸ ਕੀੜੇ ਦੇ ਉੱਤੇ ਧਰ ਕੇ ਉਹਨੂੰ ਫੇਂਤਾ, ਉਹਨੂੰ ਮਾਰ ਦਿੱਤਾ। ਉਹਦੇ ਵਿੱਚੋਂ ਆਤਮਾ ਨਿਕਲੀ, ਐ ਨਮਸਕਾਰਾਂ ਕਰਦੀ ਸੋਲ, ਕਹਿੰਦੀ ਸ਼ੁਕਰ ਹੈ ਸੱਚੇ ਪਾਤਸ਼ਾਹ ਮੇਰੀ ਮੁਕਤੀ ਕਰ ਦਿੱਤੀ। ਜੇ ਕਿਤੇ ਤੁਸੀਂ ਮੇਰੀ ਮੁਕਤੀ ਨਾ ਕਰਦੇ, हे ਮਹਾਰਾਜ ਸੱਚੇ ਪਾਤਸ਼ਾਹ, ਆਪ ਪੜ੍ਹਦੇ ਆ ਨਾ ਗੁਰਬਾਣੀ ਜਿਹਦੀ ਆਪਾਂ ਵਿਆਖਿਆ ਕਰ ਰਹੇ ਹਾਂ, ਸਹਿਸਕ੍ਰਿਤੀ ਬਾਣੀ ਦੀ, ਸਤਿਗੁਰੂ ਇਹਦੇ ਵਿੱਚ ਦੱਸਦੇ ਆ, ਗੁਰਮੰਤਰ ਹਿਣਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣੈ, ਕੁਕਰੈ ਸੁਕਰੈ ਗਰਦਵੈ ਕਾਕੈ ਸਰਪਨੈ ਤੁਲ ਖਲੈ। ਕਹਿੰਦੇ ਕਾਮਾਂ ਕੁੱਤਿਆਂ ਤੇ ਗਧਿਆਂ ਦੀ ਜੂਨੀ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਉਹ ਧਾਰਿਆ। ਸੋ ਇਹ ਨਿਸ਼ਿੱਧ ਜੂਨਾਂ ਵਿੱਚ ਜਾਣਾ ਪੈਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ, ਅਨਕ ਸਾਧਨੰ ਨਾ ਸਿੱਧਿਆ ਤੇ ਨਾਨਕ, ਜਿਨੇ ਮਰਜੀ ਪ੍ਰਯਤਨ ਕਰ ਲਓ ਜੀਵਨ ਸਫਲਾ ਨਹੀਂ ਹੋ ਸਕਦਾ। ਜਿਨੇ ਮਰਜੀ ਭਟਕ ਲਓ, ਕਿਸੇ ਨੂੰ ਮਾਰ ਕੇ ਕੁੱਟ ਕੇ ਕਿਸੇ ਦਾ ਧਨ ਪਦਾਰਥ ਕੱਢ ਕੇ ਪਰਿਵਾਰ ਤੇ ਲਿਆ ਕੇ ਵਾਰ ਦਓ, ਨਹੀਂ ਮੁਕਤ ਹੋ ਸਕਦੇ। ਜੇ ਮੁਕਤ ਹੋਵੋਗੇ, ਅਸਥੰਭੰ 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 ਸ਼ਬਦ ਸਾਧ ਸੁਵਜਨੈ, ਸਾਧੂਆਂ ਦੇ ਬਚਨਾਂ ਦੇ ਨਾਲ, ਨਾਮ ਮੰਤਰ ਦੇ ਨਾਲ, ਵਾਹਿਗੁਰੂ ਜੀ ਦੀ ਬਾਣੀ ਦਾ ਓਟ ਆਸਰਾ ਲੈ ਕਰਕੇ ਤੁਸੀਂ ਇਸ ਸੰਸਾਰ ਦੇ ਉੱਤੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਕਰ ਸਕਦੇ ਹੋ। ਸੋ ਸਾਧ ਸੰਗਤ ਜੀ, ਆਪਣੇ ਵੱਡੇ ਭਾਗ ਹਨ। ਆਪਾਂ ਨੇ ਸਹਿਸਕ੍ਰਿਤੀ ਬਾਣੀ ਦਾ 17ਵਾਂ ਸ਼ਲੋਕ ਵਿਚਾਰਨਾ ਕੀਤਾ ਹੈ। ਸਤਿਗੁਰੂ ਦਇਆ ਕਰਨ, ਸਤਿਗੁਰੂ ਰਹਿਮਤ ਕਰਨ, ਸਤਿਗੁਰੂ ਬਖਸ਼ਿਸ਼ ਕਰਨ। ਆਪਾਂ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਜੋ ਵੀ ਉਪਦੇਸ਼ ਸੁਣਨਾ ਕੀਤਾ ਗਿਆ, ਇਸ ਉਪਦੇਸ਼ ਨੂੰ ਅਸੀਂ ਕਮਾ ਸਕੀਏ, ਹਿਰਦੇ ਵਿੱਚ ਵਸਾ ਸਕੀਏ। ਅਸੀਂ ਕਹਿੰਦੇ ਹੀ ਨਾ ਰਹਿ ਜਾਈਏ, ਅਸੀਂ ਕਮਾਈਏ ਵੀ, ਆਪਣਾ ਜੀਵਨ ਉੱਚਾ ਸੁੱਚਾ ਕਰ ਸਕੀਏ, ਤਾਂ ਸਾਡਾ ਲੋਕ ਪ੍ਰਲੋਕ ਸਵਰ ਸਕਦਾ ਹੈ। 2 ਦਿਨ ਆਪ ਸੰਗਤਾਂ ਦੀ ਸੇਵਾ ਕੀਤੀ ਹੈ। ਸੇਵਾ ਕਰਦਿਆਂ ਅਨੇਕਾਂ ਹੋਈਆਂ ਗਲਤੀਆਂ ਮਾਫ ਕਰਨੀਆਂ। ਫੇਰ ਸਮਾਂ ਬਣਿਆ, ਆਪ ਸੰਗਤਾਂ ਦੀ ਦੀਦਾਰ ਫੇਰ ਕਰਾਂਗੇ। ਸੋ ਇਤਨੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਪਰਿਵਾਰ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਉਦਮ ਉਪਰਾਲੇ ਸਦਕਾ ਇੱਥੇ ਇੰਨੀ ਦੂਰ ਸੰਗਤਾਂ ਦੇ ਦਰਸ਼ਨ ਦੀਦਾਰ ਕੀਤੇ ਹਨ। ਸਤਿਗੁਰੂ ਪਰਿਵਾਰ ਦੀ ਕੀਤੀ ਹੋਈ ਘਾਲ ਸੇਵਾ ਥਾਂ ਪਾ ਲੈਣ। ਸਾਡੀ ਸਾਰਿਆਂ ਦੀ ਭਰੀ ਹੋਈ ਹਾਜ਼ਰੀ ਸਤਿਗੁਰੂ ਦਰ ਤੇ ਪ੍ਰਵਾਨ ਕਰ ਲੈਣ। ਇਤਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਚਕ ਹਾਂ। ਦੇਵੋ ਅਸੀਸ।